ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਸਿੱਖ ਮਿਸ਼ਨ ਕਾਲਜ ਵੱਲੋਂ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਰੋਜ਼ਾਨਾ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਵੀਰਾਂ ਭੈਣਾਂ ਨੂੰ ਜੀ ਆਇਆਂ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਪਹਿਲਾਂ ਸ਼ਨੀਚਰਵਾਰ ਤੇ ਐਤਵਾਰ 2 ਦਿਨ ਗੁਰਬਾਣੀ ਵਿਆਕਰਨ ਦੇ ਸਰਲ ਨੇਮ ਨੂੰ ਕਰਦੇ ਆ ਰਹੇ ਹਾਂ। ਪਿਛਲੇ ਹਫ਼ਤੇ ਤੋਂ ਆਪ ਜੀ ਨੂੰ ਸੂਚਿਤ ਕਰਦੇ ਆ ਰਹੇ ਹਾਂ ਕਿ ਇਹ ਜਿਹੜਾ ਦਿਨ ਹੈ ਇਹਦਾ ਚੇਂਜ ਕੀਤਾ ਗਿਆ, ਬਦਲਿਆ ਗਿਆ ਹੈ। ਅੱਜ ਦੀ ਬਾਣੀ ਵਿਆਕਰਨ ਦੇ ਸਰਲ ਨੇਮ ਜੋ ਸਾਡੀ ਪੁਸਤਕ ਚੱਲ ਰਹੀ ਹੈ, ਉਹਦੀ ਅਗਲੀ ਵਿਚਾਰ ਜਿਹੜੀ ਹੈ ਭਾਈ ਸੁਖਵਿੰਦਰ ਸਿੰਘ ਜੀ ਜੋ ਲੁਧਿਆਣੇ ਤੋਂ ਹਨ, ਉਹ ਸਾਡੇ ਨਾਲ ਸਾਂਝੀਆਂ ਕਰਨਗੇ। ਕਿ ਕੱਲ ਯਾਨੀ ਅੰਮ੍ਰਿਤਪਾਲ ਸਿੰਘ ਜੀ ਲੁਧਿਆਣੇ ਵਾਲੇ ਜੋ ਅੱਜ ਕੱਲ੍ਹ ਯੂਕੇ ਹਨ, ਉਹ ਸਾਡੇ ਨਾਲ ਗੁਰਬਾਣੀ ਵਿਆਕਰਨ ਦੇ ਇਹਨਾਂ ਨਿਯਮਾਂ ਬਾਰੇ ਵਿਚਾਰਾਂ ਕਰਨਗੇ। ਐਤਵਾਰ ਦੀ ਕਲਾਸ ਵਿੱਚ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਆਪਣਾ ਲੈਕਚਰ ਜੋ ਉਹਨਾਂ ਦਾ ਪਿਛਲੇ ਹਫ਼ਤੇ ਸ਼ੁਰੂ ਕੀਤਾ ਸੀ ਉਸ ਨੂੰ ਅੱਗੇ ਤੋਰਨਗੇ। ਅੱਜ ਪ੍ਰੋਫੈਸਰ ਸੁਖਵਿੰਦਰ ਸਿੰਘ ਜੀ ਨੂੰ ਜੀ ਆਇਆਂ ਔਰ ਬੇਨਤੀ ਕਰਦੇ ਹਾਂ ਮੂਲ ਮੰਤਰ ਗੁਰਮੰਤਰ ਦਾ ਪਾਠ ਕਰਕੇ ਕਲਾਸ ਜਿਹੜੀ ਹੈ ਆਰੰਭ ਕੀਤੀ ਜਾਵੇ। ਭਾਈ ਸੁਖਵਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਆਨਲਾਈਨ ਆਰੰਭ ਕੀਤੀ ਹੋਈ ਗੁਰਮਤ ਕਲਾਸ ਦੇ ਵਿੱਚ ਜੁੜਮਿਲ ਬੈਠੇ ਸਮੁੱਚੇ ਗੁਰਮੁਖ ਪਿਆਰਿਓ, ਆਓ ਸਭ ਤੋਂ ਪਹਿਲਾਂ ਆਪਾਂ ਗੁਰਮਤ ਕਲਾਸ ਦੀ ਆਰੰਭਤਾ ਤੋਂ ਪਹਿਲਾਂ ਜਿਵੇਂ ਭਾਈ ਹਰਜੀਤ ਸਿੰਘ ਜੀ ਹੁਣਾਂ ਨੇ ਆਪਾਂ ਨੂੰ ਨਿਯਮ ਦੱਸਿਆ ਵੀ ਗੁਰਮਤ ਕਲਾਸ ਦੀ ਆਰੰਭ ਤੋਂ ਪਹਿਲਾਂ ਆਪਾਂ ਇੱਕ ਵਾਰੀ ਮੂਲ ਮੰਤਰ ਦਾ ਜਿਹੜਾ ਪਾਠ ਆ ਮਗਲਾ ਚਰਨ ਦਾ ਤੇ ਉਹਦਾ ਆਪਾਂ ਪਾਠ ਆਰੰਭ ਕਰ ਲਈਏ ਜੀ। ਉਸ ਤੋਂ ਬਾਅਦ ਫਿਰ ਆਪਾਂ ਫਤਿਹ ਗਜਾ ਕੇ ਕਲਾਸ ਦੀ ਜਿਹੜੀ ਆ ਆਰੰਭਤਾ ਕਰਾਂਗੇ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮਤ ਕਲਾਸ ਦੇ ਵਿੱਚ ਜੁੜਮਿਲ ਬੈਠੇ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਜੀ, ਗੁਰੂ ਸਾਹਿਬ ਦੀ ਦਇਆ ਦੇ ਨਾਲ ਆਪਾਂ ਪਿਛਲੇ ਕਾਫੀ ਦਿਨਾਂ ਤੋਂ ਲੜੀਵਾਰ ਗੁਰਬਾਣੀ ਵਿਆਕਰਨ ਦੇ ਸਰਲ ਨੇਮ ਇਸ ਪੁਸਤਕ ਦੇ ਵਿੱਚੋਂ ਗੁਰਬਾਣੀ ਵਿਆਕਰਨ ਦੇ ਨਿਯਮਾਂ ਸੰਬੰਧੀ ਜਿਹੜੀ ਆ ਉਹ ਜਾਣਕਾਰੀ ਆਪਾਂ ਲੈ ਰਹੇ ਸੀ। ਗੁਰੂ ਸਾਹਿਬ ਦੀ ਦਇਆ ਨਾਲ ਪਿਛਲੀ ਕਲਾਸ ਦੇ ਵਿੱਚ ਆਪਾਂ
ਕਰਮਨੀ ਵਾਚ ਪੈਸਿਵ ਵੌਇਸ, ਇਸ ਕਿਤਾਬ ਦੇ 48 ਨੰਬਰ ਪੇਜ ਤੇ ਆਪਾਂ ਜਿਹੜੀ ਸੀ ਉਹ ਵਿਚਾਰ ਜਿਹੜੀ ਸੀ ਉਹ ਸਾਂਝੀ ਕੀਤੀ ਸੀ। ਅੱਜ ਆਪਾਂ ਇਸੇ ਹੀ 48 ਨੰਬਰ ਪੇਜ ਤੇ ਜਿਹੜਾ ਕਰਮਨੀ ਵਾਚ ਪੈਸਿਵ ਵੌਇਸ, ਇਸ ਸਰਲੇਖ ਦੇ ਹੇਠ ਜਿਹੜਾ 5ਵਾਂ ਨੰਬਰ ਆ ਜੀ, ਕੈ ਅਤੇ ਤੈ ਦੀ ਸੁਤੰਤਰ ਰੂਪ ਵਿੱਚ ਵਰਤੋ ਅਤੇ ਇਸ ਵਿੱਚੋਂ ਨਿਕਲਦੇ ਵੱਖ-ਵੱਖ ਅਰਥ। ਵੈਸੇ ਤੇ ਮੈਂ ਬੇਨਤੀ ਕਰਾਂ ਵੀ ਪਿਛਲੀ ਕਲਾਸ ਦੇ ਵਿੱਚ ਮੈਂ ਆਪ ਜੀ ਦੇ ਨਾਲ ਮੋٹے-ਮੋٹے ਸ਼ਬਦਾਂ ਦੇ ਵਿੱਚ ਮੋਟੀ ਜੀ ਜਾਣਕਾਰੀ ਜਿਹੜੀ ਆ ਕੈ ਅਤੇ ਤੈ ਦੇ ਸੰਬੰਧ ਵਿੱਚ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ, ਪਰ ਮੈਂ 2-3 ਦਿਨਾਂ ਤੋਂ ਇਸ ਕੈ ਅਤੇ ਤੈ ਦੇ ਸੁਤੰਤਰ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਕਿਵੇਂ ਇਸ ਦੀ ਜਿਹੜੀ ਆ ਵਰਤੋਂ ਸਾਨੂੰ ਪੜ੍ਹਨ ਨੂੰ ਮਿਲਦੀ ਆ, ਇਸ ਸੰਬੰਧੀ ਜਿਹੜੀ ਥੋੜੀ ਖੋਜ ਕਰ ਰਿਹਾ ਸੀ। ਤੇ ਗੁਰੂ ਸਾਹਿਬ ਦੀ ਦਇਆ ਦੇ ਨਾਲ ਜਿਹੜਾ ਹੈ ਗਿਆਨੀ ਅਵਤਾਰ ਸਿੰਘ ਜੀ ਉਹਨਾਂ ਦਾ ਲਿਖਿਆ ਹੋਇਆ ਇੱਕ ਆਰਟੀਕਲ, ਇੱਕ ਲੇਖ ਜਿਹੜਾ ਹੈ ਉਹ ਮੇਰੀ ਨਜ਼ਰ ਵਿੱਚ ਪਿਆ, ਤੇ ਜਦੋਂ ਉਹਨੂੰ ਮੈਂ ਪੜ੍ਹਿਆ ਤੇ ਉਹਦੇ ਵਿੱਚ ਕਾਫੀ ਜਿਹੜੀ ਹੈ ਜਾਣਕਾਰੀ ਜਿਹੜੀ ਆ ਕੈ ਸ਼ਬਦ ਦੇ ਸੰਬੰਧੀ ਅਤੇ ਤੈ ਸ਼ਬਦ ਦੇ ਸੰਬੰਧੀ ਜਿਹੜੀ ਆ ਉਹਨਾਂ ਨੇ ਖੋਜ ਭਰਪੂਰ ਜਾਣਕਾਰੀ ਜਿਹੜੀ ਆ ਉਹ ਸਾਨੂੰ ਦਿੱਤੀ ਹੋਈ ਆ। ਤੇ ਅੱਜ ਮੈਂ ਆਪ ਜੀ ਦੇ ਨਾਲ ਜਿਹੜਾ ਹੈ ਉਹ ਗਿਆਨੀ ਅਵਤਾਰ ਸਿੰਘ ਜੀ ਹੁਣਾਂ ਦਾ ਲਿਖਿਆ ਹੋਇਆ ਜਿਹੜਾ ਆਰਟੀਕਲ, ਜਿਹੜਾ ਲੇਖ ਆ ਖੋਜ ਭਰਪੂਰ, ਉਸੇ ਹੀ ਆਰਟੀਕਲ ਦੇ ਵਿੱਚੋਂ ਜਿਹੜੀ ਆ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜੀ। ਵੈਸੇ ਤੇ ਮੈਂ ਜਿਹੜਾ ਹੈ ਆਪਣਾ ਗਰੁੱਪ ਆ ਬਣਿਆ ਹੋਇਆ ਸਿੱਖ ਮਿਸ਼ਨ ਕਾਲਜ ਦਾ, ਉਹਦੇ ਵਿੱਚ ਜਿਹੜਾ ਹੈ ਇਹ ਆਰਟੀਕਲ ਜਿਹੜਾ ਵਾ ਉਹ ਸਾਂਝਾ ਕਰ ਦਿੱਤਾ ਹੋਇਆ, ਤੇ ਭਾਈ ਸਾਹਿਬ ਹਰਜੀਤ ਸਿੰਘ ਜੀ ਉਹਨਾਂ ਨੇ ਵੀ ਪਾਇਆ ਹੋਇਆ, ਤੇ ਤੁਸੀਂ ਉਹਦੇ ਵਿੱਚੋਂ ਜਿਹੜਾ ਹੈ ਉਹ ਆਰਟੀਕਲ ਜਿਹੜਾ ਉਹ ਲੇਖ ਗਿਆਨੀ ਅਵਤਾਰ ਸਿੰਘ ਜੀ ਦਾ ਲਿਖਿਆ ਹੋਇਆ, ਇਸ ਦਾ ਲੇਖ ਦੀ ਜਿਹੜੀ ਸਰਲੇਖ ਹੈ ਜੀ, ਗੁਰਬਾਣੀ ਵਿੱਚ ਦਰਜ ਕੈ ਸ਼ਬਦ ਦੀ ਬਹੁਪੱਖੀ ਵਿਚਾਰ, ਇਹ ਆਰਟੀਕਲ ਦਾ ਸਰਲੇਖ ਹੈ ਜੀ। ਇਹ ਤੁਸੀਂ ਕੱਢ ਲਓ ਤਾਂ ਜੋ ਤੁਹਾਨੂੰ ਜਿਹੜੀ ਆ ਗੱਲ ਹੋਰ ਸੌਖੀ ਜਿਹੜੀ ਆ ਉਹ ਸਮਝ ਵਿੱਚ ਆ ਜਾਏਗੀ, ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ ਜੀ, ਹਾਲਾਂਕਿ ਪਹਿਲਾਂ ਮੈਂ ਬੇਨਤੀ ਕਰਾਂ ਵੀ ਕਦੀ ਇੰਨਾ ਡੀਪਲੀ ਜਿਹੜਾ ਹੈ ਉਹ ਧਿਆਨ ਨਹੀਂ ਦਿੱਤਾ। ਹਾਲਾਂਕਿ ਜਦੋਂ ਸਿੱਖ ਮਿਸ਼ਨਰੀ ਕਾਲਜ ਸ੍ਰੀ ਅਨੰਦਪੁਰ ਸਾਹਿਬ ਪੜ੍ਹਦੇ ਹੁੰਦੇ ਸੀ, ਜਿਵੇਂ ਮੈਂ ਪਿਛਲੇ ਦਿਨੀ ਵੀ ਜਦੋਂ ਪਹਿਲੀ ਦਫਾ ਕਲਾਸ ਲਈ ਸੀ, ਅਟੈਂਡ ਕੀਤੀ ਸੀ, ਭਾਈ ਸਾਹਿਬ ਹਰਜੀਤ ਸਿੰਘ ਜੀ ਉਹਨਾਂ ਨੇ ਦਾਸ ਬਾਰੇ ਜਿਹੜੀ ਆ ਆਪ ਜੀ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਵੀ ਦਾਸ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਹੁਣਾਂ ਦੀ ਦੇਖ ਰੇਖ ਹੇਠ ਜਿਹੜਾ ਹੈ ਸਿੱਖ ਮਿਸ਼ਨਰੀ ਕਾਲਜ ਤੋਂ ਜਿਹੜੀ ਆ ਉਹ ਸਟੱਡੀ ਕੀਤੀ ਆ ਜੀ, ਵਿਦਿਆ ਪ੍ਰਾਪਤ ਕੀਤੀ ਆ। ਤੇ ਮੈਂ ਇਹ ਬੇਨਤੀ ਕਰਨ ਲੱਗਾ ਵੀ ਜਦੋਂ ਕਾਲਜ ਪੜ੍ਹਦੇ ਸੀ ਤੇ ਜਾਂ ਫਿਰ ਉਸ ਤੋਂ ਬਾਅਦ ਕਈ ਸਾਲ ਜਿਹੜਾ ਵਾ, ਹਾਲਾਂਕਿ ਐਜ਼ ਅ ਪ੍ਰੋਫੈਸ਼ਨ ਤੌਰ ਦੇ ਉੱਤੇ ਫੀਲਡ ਦੇ ਵਿੱਚ ਕਥਾਵਾਚਕ ਦੇ ਤੌਰ ਤੇ ਵਿਚਰਦੇ ਰਹੇ ਆ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਿਹੜਾ ਵਾ ਵਿਆਕਰਨ ਨਿਯਮਾਂ ਦੇ ਆਧਾਰ ਦੇ ਉੱਤੇ ਇੰਨਾ ਡੀਪਲੀ ਜਿਹੜਾ ਵਾ ਕਦੀ ਇਸ ਪੱਖੋਂ ਨਹੀਂ ਸਮਝਿਆ, ਜੋ ਹੁਣ 1-2 ਸਾਲਾਂ ਤੋਂ ਜਿਹੜਾ ਹੈ ਡੀਪਲੀ ਇਹਨਾਂ ਗੁਰਬਾਣੀ ਵਿਆਕਰਨ ਦੇ ਨਿਯਮਾਂ ਦੇ ਆਧਾਰ ਦੇ ਉੱਤੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਗੁਰੂ ਸਾਹਿਬ ਦੀ ਦਇਆ ਦੇ ਨਾਲ ਕਾਫੀ ਜਿਹੜੀਆਂ ਗੱਲਾਂ ਵਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਜਿੰਨੀ ਵਿਆਕਰਨ ਆਈ ਹੋਈ ਆ, ਉਹਦੀਆਂ ਕਾਫੀ ਜਿਹੜੀਆਂ ਗੱਲਾਂ ਵਾ ਉਹ ਹੁਣ ਸਮਝ ਵਿੱਚ ਵੀ ਆ ਚੁੱਕੀਆਂ ਵਾ, ਤੇ ਹੋਰ ਵੀ ਜਿਹੜੀਆਂ ਵਾ ਉਹ ਆ ਰਹੀਆਂ ਵਾ। ਤੇ ਜਿਵੇਂ ਜਿਵੇਂ ਅੱਗੇ ਗੁਰੂ ਸਾਹਿਬ ਦਇਆ ਕਰਨਗੇ, ਸਟੱਡੀ ਕਰਾਂਗੇ, ਹੋਰ ਗੱਲਾਂ ਕਾਫੀ ਜਿਹੜੀਆਂ ਵਾ ਉਹ ਸਰਲ ਹੋ ਜਾਣਗੀਆਂ, ਸੌਖੀਆਂ ਹੋ ਜਾਣਗੀਆਂ, ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਜਿਹੜੀ ਆ ਮਹੱਤਵਪੂਰਨ ਜਾਣਕਾਰੀ ਗੁਰਬਾਣੀ ਵਿਆਕਰਨ ਸੰਬੰਧੀ ਜਿਹੜੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਦਾ ਰਵਾਂਗਾ। ਤੋ ਅੱਜ ਆਪਾਂ ਕੈ ਸ਼ਬਦ ਦਾ ਜਿਹੜਾ ਹੈ, ਹੁਣ ਤੁਸੀਂ ਦੇਖੋ ਜਦੋਂ ਆਪਾਂ ਆਪਣੀ ਕਿਤਾਬ ਗੁਰਬਾਣੀ ਵਿਆਕਰਨ ਸਰਲ ਨੇਮ ਨੂੰ ਪੜ੍ਹ ਰਹੇ ਹਾਂ, ਕਰਮਨੀ ਵਾਚ ਪੈਸਿਵ ਵੌਇਸ 48 ਨੰਬਰ ਪੇਜ ਤੇ ਤੁਸੀਂ ਦੇਖੋ ਵੀ ਕੈ ਅਤੇ ਤੈ ਦੀ ਸੁਤੰਤਰ ਰੂਪ ਵਿੱਚ ਵਰਤੋ। ਇਹ ਜਿਹੜਾ ਸ਼ਬਦ ਇੱਥੇ ਆਇਆ ਜੀ, ਸੁਤੰਤਰ ਰੂਪ ਵਿੱਚ ਵਰਤੋ। ਹੁਣ ਸੁਤੰਤਰ ਰੂਪ ਵਿੱਚ ਵਰਤੋ ਦਾ ਮੀਨਿੰਗ ਕੀ ਹੁੰਦਾ ਹੈ ਜੀ, ਇਹਦਾ ਅਰਥ ਕੀ ਹੁੰਦਾ ਹੈ, ਇਹਨੂੰ ਥੋੜਾ ਸਮਝੋ ਜਾਣੋ। ਸੁਤੰਤਰ ਰੂਪ ਦਾ ਮਤਲਬ ਇਹ ਆ ਵੀ ਜਿਹੜਾ ਕੈ ਸ਼ਬਦ ਆ ਅਤੇ ਤੈ ਸ਼ਬਦ ਆ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਕੈ ਸ਼ਬਦ ਤੇ ਤੈ ਸ਼ਬਦ ਜਿਹੜਾ ਵਾ ਇਹ ਬਹੁਪੱਖੀ ਅਰਥਾਂ ਦੇ ਵਿੱਚ ਆਇਆ ਵਾ ਜੀ। ਕੈ ਸ਼ਬਦ ਦਾ ਇੱਕੋ ਫਿਕਸ ਜਿਹੜਾ ਵਾ ਉਹ ਗੁਰਬਾਣੀ ਦੇ ਵਿੱਚ ਅਰਥ ਨਹੀਂ ਆ। ਕੈ ਸ਼ਬਦ ਦੇ ਕਈ ਅਰਥ ਜਿਹੜੇ ਆ ਗੁਰਬਾਣੀ ਵਿਆਕਰਨ ਨਿਯਮਾਂ ਦੇ ਆਧਾਰ ਦੇ ਉੱਤੇ ਗੁਰਬਾਣੀ ਦੇ ਵਿੱਚ ਸਾਨੂੰ ਪੜ੍ਹਨ ਨੂੰ ਮਿਲਦੇ ਆ। ਗਿਆਨੀ ਅਵਤਾਰ ਸਿੰਘ ਜੀ ਹੁਣਾਂ ਨੇ ਬਹੁਤ ਹੀ ਖੋਜ ਭਰਪੂਰ ਜਿਹੜਾ ਵਾ ਉਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੋਈ ਆ। ਜੇ ਤੁਸੀਂ ਉਹ ਲੇਖ ਆਰਟੀਕਲ ਉਹਨਾਂ ਦਾ ਲਿਖਿਆ ਦੇਖ ਰਹੇ ਹੋ
ਤੇ ਤੁਸੀਂ ਉੱਥੇ ਦੇਖੋ ਜੀ, ਇੱਥੇ ਲਿਖਿਆ ਜੀ, ਅਸੀਂ ਪੜ੍ਹਦੇ ਹਾਂ ਵੀ ਗੁਰਬਾਣੀ ਵਿੱਚ ਜਿਹੜਾ ਕੈ ਸ਼ਬਦ ਆ ਉਹ ਕੁੱਲ ਮਿਲਾ ਕੇ 1794 ਵਾਰੀ ਆਇਆ ਜੀ, 1794 ਵਾਰੀ। ਅਤੇ ਉਸ ਤੋਂ ਬਾਅਦ ਕੇ ਸ਼ਬਦ, ਕੇ ਕੱਕੇ ਉੱਤੇ ਇੱਕ ਲਾਂ ਦੇ ਨਾਲ, ਇੱਕ ਤਾਂ ਹੋ ਗਿਆ ਕੈ ਦੁਲਾਵਾਂ ਦੇ ਨਾਲ ਜੀ, ਤੇ ਦੂਸਰਾ ਵਾ ਜੀ ਕੇ ਇੱਕ ਲਾਂ ਦੇ ਨਾਲ। ਕੇ ਸ਼ਬਦ ਜਿਹੜਾ ਹੈ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ 1271 ਵਾਰੀ ਦਰਜ ਕੀਤਾ ਹੈ ਤੇ ਕੈ ਸ਼ਬਦ 1794 ਵਾਰੀ। ਹੁਣ ਗਿਆਨੀ ਅਵਤਾਰ ਸਿੰਘ ਜੀ ਲਿਖਦੇ ਆ ਵੀ ਕੈ ਸ਼ਬਦ ਜਿਹੜਾ ਵਾ ਕੇ ਸ਼ਬਦ ਤੋਂ ਜ਼ਿਆਦਾ ਵਾਰੀ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਆਇਆ ਹੋਇਆ। ਤੇ ਮੈਂ ਕਈ ਵਾਰ ਹੈਰਾਨ ਹੁੰਨਾ ਵੀ ਕਮਾਲ ਸਾਡੇ ਗੁਰੂ ਸਾਹਿਬਾਨਾਂ ਨੇ ਕੀਤੀ ਹੋਈ ਹੈ ਜੀ। ਜਿਸ ਲਾ ਲਓ ਵੀ ਡੀਪਲੀ ਜਾ ਕੇ, ਜਿਸ ਢੰਗ ਦੇ ਨਾਲ ਡੀਪਲੀ ਜਾ ਕੇ, ਡੂੰਘਾਈ ਵਿੱਚ ਜਾ ਕੇ ਗੁਰੂ ਸਾਹਿਬਾਨਾਂ ਨੇ, ਗੁਰੂ ਨਾਨਕ ਸਾਹਿਬ ਜੀ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ, ਜਾਂ ਜਿੰਨੇ ਵੀ ਸਾਡੇ ਗੁਰੂ ਸਾਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਹੈ, ਤੁਸੀਂ ਕਦੀ ਇਹ ਗੱਲ ਮਹਿਸੂਸ ਕਰੋ ਵੀ ਮਹਾਰਾਜ ਨੇ ਕਿੰਨਾ ਡੀਪਲੀ ਉਤਰ ਕੇ ਗੁਰਬਾਣੀ ਨੂੰ ਜਿਹੜਾ ਵਾ ਉਚਾਰਨ ਕੀਤਾ ਤੇ ਉਹ ਲੋਕਾਂ ਨੂੰ ਸਮਝਾਇਆ ਵੀ ਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿੰਨੀਆਂ ਭਾਸ਼ਾਵਾਂ ਵਿੱਚ, ਹਾਲਾਂਕਿ ਦੇਖੋ ਅਸੀਂ ਜਿਹੜਾ ਵਾ, ਜੇ ਹੁਣ ਆਪਾਂ ਕੈ ਸ਼ਬਦ ਦੀ ਗੱਲ ਕਰੀਏ, ਜਦੋਂ ਅਸੀਂ ਆਮ ਆਪਣੀ ਪੰਜਾਬੀ ਬੋਲੀ ਬੋਲਦੇ ਹਾਂ, ਆਪਾਂ ਆਮ ਪੰਜਾਬੀ ਬੋਲੀ ਵਿੱਚ ਕੈ ਸ਼ਬਦ ਦੀ ਉਚਾਰਨ ਕਰਦੇ, ਅਸੀਂ ਉਚਾਰਨ ਕਰਦੇ ਹਾਂ ਕੇ ਸ਼ਬਦ, ਕੇ ਕੱਕੇ ਉੱਤੇ ਇੱਕ ਲਾਂ ਦੇ ਨਾਲ, ਕੈ ਸ਼ਬਦ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਦੇਖੋ ਵੀ ਕੈ ਸ਼ਬਦ ਦੁਲਾਵਾਂ ਨਾਲ ਵੀ ਆਇਆ ਵਾ ਜੀ, ਤੇ ਕੇ ਸ਼ਬਦ ਇੱਕ ਲਾਂ ਨਾਲ ਵੀ ਆਇਆ ਵਾ। ਕਮਾਲ ਕਰ ਦਿੱਤੀ ਗੁਰੂ ਸਾਹਿਬ ਨੇ। ਦੇਖੋ ਦੋਨੇ ਪੱਖ ਜਿਹੜੇ ਆ ਗੁਰੂ ਸਾਹਿਬ ਨੇ ਬਾਣੀ ਵਿੱਚ ਰੱਖੇ ਹੋਏ ਆ। ਫਿਰ ਅਸੀਂ ਜਦੋਂ ਪੰਜਾਬੀ ਆਮ ਭਾਸ਼ਾ ਬੋਲਦੇ ਆ, ਉਹਦੇ ਵਿੱਚ ਕੇ ਸ਼ਬਦ ਜਿਹੜਾ ਕੱਕੇ ਉੱਤੇ ਇੱਕ ਲਾਂ, ਕੇ ਸ਼ਬਦ ਦਾ ਇੱਕੋ ਤਰੀਕੇ ਨਾਲ ਅਰਥ ਕਰਦੇ ਆ। ਪਰ ਗੁਰਬਾਣੀ ਵਿੱਚ ਕੈ ਸ਼ਬਦ ਤੇ ਕੇ ਸ਼ਬਦ ਦੇ ਤੁਸੀਂ ਦੇਖੋ ਵੀ ਕਿੰਨੇ ਤਰੀਕਿਆਂ ਦੇ ਨਾਲ ਗੁਰੂ ਸਾਹਿਬ ਨੇ ਅਰਥ ਕੀਤੇ ਹੋਏ ਆ। ਵਾਹ ਕਮਾਲ ਕੀਤੀ ਪਈ ਆ। ਹੁਣ ਇੱਥੇ ਦੇਖੋ ਕੈ ਅਤੇ ਕੇ ਦੇ ਲਿਖਤੀ ਨਿਯਮ ਜਿਹੜੇ ਆ, ਇਸ ਸਰਲੇਖ ਦੇ ਹੇਠ ਅਵਤਾਰ ਸਿੰਘ ਜੀ ਲਿਖਦੇ ਆ ਵੀ ਗੁਰਬਾਣੀ ਵਿੱਚ ਜਦੋਂ ਕੈ ਜਾਂ ਫਿਰ ਕੇ ਸ਼ਬਦ ਸੰਬੰਧਕੀ ਰੂਪ ਵਿੱਚ ਹੋਣ ਤੇ ਉਸ ਸਮੇਂ ਕੈ ਅਤੇ ਕੇ ਸ਼ਬਦ ਜਿਹੜਾ ਵਾ ਉਹ ਦੇ ਅਰਥ ਦਿੰਦੇ ਆ, ਦੇ ਅਰਥ। ਕਿਉਂਕਿ ਇਹ ਗੱਲ ਯਾਦ ਰੱਖੋ, ਗੁਰਬਾਣੀ ਵਿੱਚ ਜਿਹੜਾ ਸੰਬੰਧਕੀ ਜਿੰਨੇ ਵੀ ਸ਼ਬਦ ਆ ਉਹ ਦਾ, ਦੇ, ਦੀ, ਕਾ, ਕੇ, ਕੀ, ਕਉ, ਤੋਂ, ਉੱਪਰ, ਵਿੱਚ, ਨਾਲ, ਨਜ਼ਦੀਕ, ਅੰਦਰ, ਬਾਹਰ ਆਦਿਕ ਅਜਿਹੇ ਸ਼ਬਦਾਂ ਦੇ ਵਿੱਚ ਸੰਬੰਧਕੀ ਸ਼ਬਦ ਜਿਹੜੇ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਸਾਨੂੰ ਪੜ੍ਹਨ ਨੂੰ ਮਿਲਦੇ ਆ। ਤੇ ਗਿਆਨੀ ਅਵਤਾਰ ਸਿੰਘ ਜੀ ਲਿਖ ਰਹੇ ਆ ਵੀ ਜਦੋਂ ਕੈ ਅਤੇ ਕੇ ਸ਼ਬਦ ਜਿਹੜਾ ਵਾ ਸੰਬੰਧਕੀ ਰੂਪ ਦੇ ਵਿੱਚ, ਕਿਉਂਕਿ ਇੱਥੇ ਮੈਂ ਵੀ ਬੇਨਤੀ ਕਰਦਾ ਜਾਵਾਂ, ਇਹਨੂੰ ਵੀ ਸੁਣੋ ਧਿਆਨ ਨਾਲ, ਜਿਹੜਾ ਸੰਬੰਧਕੀ ਸ਼ਬਦ ਹੁੰਦਾ ਹੈ ਨਾ ਜੀ, ਉਹ ਹਮੇਸ਼ਾ ਨਾਉਨ ਵਾਲੇ ਸ਼ਬਦਾਂ ਦੇ ਨਾਲ ਹੀ ਲੱਗ ਕੇ ਹੁੰਦਾ ਹੈ ਜੀ। ਨਾਉਨ ਵਾਲੇ ਸ਼ਬਦਾਂ ਦੇ ਨਾਲ ਸੰਬੰਧਕੀ ਸ਼ਬਦ ਜਿਹੜਾ ਹੈ ਦਾ, ਦੇ, ਕਾ, ਕੇ, ਅੰਦਰ, ਬਾਹਰ, ਉੱਪਰ, ਤੋਂ, ਜਿਹੜਾ ਵਾ ਇਹ ਸ਼ਬਦ ਨਾਉਨ ਵਾਲੇ ਸ਼ਬਦਾਂ ਦੇ ਨਾਲ ਜ਼ਿਆਦਾਤਰ ਜਿਹੜਾ ਵਾ ਉਹ ਆਉਂਦਾ ਵਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ। ਤੇ ਦੇ ਅਰਥ ਦਿੰਦੇ ਹੋਣ ਤਾਂ ਜਿਹੜਾ ਕੈ ਅਤੇ ਕੇ ਸ਼ਬਦਾਂ ਦੀ ਜਿਹੜੀ ਵਰਤੋਂ ਆ, ਇਹਨਾਂ ਤੋਂ ਪਹਿਲਾਂ ਦਰਜ ਸ਼ਬਦਾਂ ਨੂੰ ਵੇਖ ਕੇ ਨਹੀਂ ਕੀਤੀ ਜਾਂਦੀ, ਬਲਕਿ ਇਹਨਾਂ ਤੋਂ ਬਾਅਦ ਵਾਲੇ ਸ਼ਬਦਾਂ ਨੂੰ ਵੇਖ ਕੇ ਕੀਤੀ ਜਾਂਦੀ ਆ। ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਕੈ ਅਤੇ ਕੇ ਸ਼ਬਦ ਜਿਹੜਾ ਵਾ ਗੁਰੂ ਸਾਹਿਬ ਦੀ ਬਾਣੀ ਵਿੱਚ ਜਦੋਂ ਸੰਬੰਧਕੀ ਰੂਪ ਵਿੱਚ ਹੁੰਦਾ ਹੈ ਨਾ ਜੀ, ਇਹਦਾ ਸਾਨੂੰ ਪਤਾ ਕਿਵੇਂ ਲੱਗਦਾ ਵੀ ਜਿਹੜਾ ਕੈ ਸ਼ਬਦ ਆ ਜਾਂ ਕੇ ਸ਼ਬਦ ਆ ਇੱਥੇ ਦਾ ਸੰਬੰਧਕੀ ਅਰਥ ਆ, ਇਹ ਕਿਵੇਂ ਪਤਾ ਲੱਗਦਾ? ਉਹ ਕਹਿੰਦੇ ਵੀ ਇਹਦਾ ਪਤਾ ਇੰਝ ਲੱਗਦਾ ਹੈ ਵੀ ਜਿਹੜਾ ਕੈ ਸ਼ਬਦ ਆ ਉਸ ਤੋਂ ਬਾਅਦ ਜਿਹੜੇ ਸ਼ਬਦ ਆਉਣਗੇ, ਨਾਉਨ ਵਾਲੇ ਸ਼ਬਦ ਜਾਂ ਪੜਨਾਵੀ ਸ਼ਬਦ ਆਉਣਗੇ, ਉੱਥੋਂ ਦੀ ਉਹਨਾਂ ਸ਼ਬਦਾਂ ਤੋਂ ਅਸੀਂ ਇਹ ਅੰਦਾਜ਼ਾ ਲਾਉਣਾ ਹੁੰਦਾ ਵੀ ਜਿਹੜਾ ਕੈ ਸ਼ਬਦ ਆ ਇਹ ਸੰਬੰਧਕੀ ਅਰਥ ਦੇ ਰਿਹਾ ਵਾ। ਜਿਵੇਂ ਹੁਣ ਇੱਥੇ ਉਹਨਾਂ ਨੇ ਉਦਾਹਰਨਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਾਡੇ ਨਾਲ ਸਾਂਝੀਆਂ ਕੀਤੀਆਂ ਵਾ। ਆਪਾਂ ਮਹਾਰਾਜ ਦੀ ਬਾਣੀ ਵਿੱਚ ਸ਼ਬਦ ਪੜ੍ਹਦੇ ਆ ਵੀ ਤਿੰਨ ਕੈ ਸਦ ਬਲਿਹਾਰੈ ਜਾਊ, ਜਾਂ ਫਿਰ ਅਗਲੀ ਉਦਾਹਰਨ ਹੈ ਜੀ ਨਾਨਕ ਕੈ ਮਨ ਇਹ ਪੁਰਖਾਰਥ। ਉਸ ਤੋਂ ਅੱਗੇ ਸ਼ਬਦ ਹੈ ਜੀ ਸੁਰਤੀ ਕੈ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ। ਹੁਣ ਇਹ ਤਿੰਨ ਗੁਰਬਾਣੀ ਦੀਆਂ ਪੰਕਤੀਆਂ ਵਾ ਜੀ,
ਤੇ ਇਹਨਾਂ ਤਿੰਨਾਂ ਗੁਰਬਾਣੀ ਦੀਆਂ ਪੰਕਤੀਆਂ ਵਿੱਚ ਤੁਸੀਂ ਦੇਖੋ ਵੀ ਕੈ ਸ਼ਬਦ ਤਿੰਨੀ ਵਾਰੀ ਆਪਾਂ ਪੜਿਆ ਵਾ। ਤਿੰਨ ਕੈ, ਫਿਰ ਨਾਨਕ ਕੈ, ਫਿਰ ਸੁਰਤੀ ਕੈ, ਤਿੰਨੀ ਵਾਰ ਆਪਾਂ ਸ਼ਬਦ ਪੜਿਆ। ਪਰ ਇਹਨਾਂ ਤਿੰਨਾਂ ਸ਼ਬਦਾਂ ਦੇ ਵਿੱਚ ਤੁਸੀਂ ਦੇਖੋ ਕੈ ਸ਼ਬਦ ਤੋਂ ਬਾਅਦ ਬਹੁਵਚਨ ਨਾਉਨ ਸ਼ਬਦ, ਮਾਫ ਕਰਨਾ ਜੀ, ਬਲਿਹਾਰਾ ਸ਼ਬਦ ਜਿਹੜਾ ਵਾ ਹਨਾ, ਇਹ ਜਿਵੇਂ ਉਹਨਾਂ ਨੇ ਲਿਖਿਆ ਹੋਇਆ ਵੀ ਇਹਨਾਂ ਤਿੰਨਾਂ ਤੁਕਾਂ ਦੇ ਵਿੱਚ ਕੈ ਤੋਂ ਪਹਿਲਾਂ ਤਿੰਨ ਬਹੁਵਚਨ ਪੜਨਾਵੀ ਆ ਗਿਆ ਜੀ। ਤਿੰਨ ਕੈ, ਤਿੰਨ ਜਿਹੜਾ ਸ਼ਬਦ ਆ ਉਹ ਪਹਿਲਾਂ ਲਿਖਿਆ ਕੈ ਤੋਂ, ਇਹ ਬਹੁਵਚਨ ਆ ਜੀ। ਪੜਨਾਵੀ ਸ਼ਬਦ ਦਾ ਪੜਨਾਵਵਾਚੀ, ਜਿਹਨੂੰ ਆਪਾਂ ਪੜਨਾਵਵਾਚੀ ਕਹਿੰਦੇ ਆ। ਪੜਨਾਵਵਾਚੀ ਜੀ ਧਿਆਨ ਰੱਖੋ ਸ਼ਬਦ ਹੁੰਦੇ ਆ ਜਿਹੜੇ ਸ਼ਬਦ ਨਾਉਨ ਦੀ ਜਗ੍ਹਾ ਵਰਤੇ ਜਾਂਦੇ ਆ, ਉਹਨਾਂ ਨੂੰ ਅਸੀਂ ਪੜਨਾਵਵਾਚੀ ਸ਼ਬਦ ਕਹਿੰਦੇ ਆ। ਫਿਰ ਨਾਨਕ ਇੱਕ ਵਚਨ ਪੁਲਿੰਗ ਨਾਮ ਆ ਗਿਆ। ਨਾਨਕ ਕੱਕੇ ਪੈਰ ਇੱਥੇ ਔਂਕੜ ਨਹੀਂ ਲੱਗੀ ਕਿਉਂਕਿ ਕੈ ਸ਼ਬਦ ਨਾਲ ਸੰਬੰਧਕੀ ਵਰਤਿਆ ਹੋਇਆ। ਕੈ ਸ਼ਬਦ ਹੋਣ ਕਰਕੇ ਨਾਨਕ ਕੱਕੇ ਪੈਰ ਔਂਕੜ ਜਿਹੜੀ ਇੱਥੇ ਕੱਟੀ ਗਈ ਹੈ ਜੀ। ਨਾਨਕ ਇੱਕ ਵਚਨ ਪੁਲਿੰਗ ਨਾਮ ਆ ਗਿਆ। ਫਿਰ ਉਸ ਤੋਂ ਬਾਅਦ ਸੁਰਤ ਜਿਹੜਾ ਵਾ, ਸੁਰਤ ਸ਼ਬਦ ਇਹ ਇਸਤਰੀ ਲਿੰਗ ਨਾਮ ਆ ਜੀ। ਸੁਰਤ ਇਸਤਰੀ ਲਿੰਗ, ਵਾਹਿਗੁਰੂ ਜੀ, ਸੁਰਤ ਜਿਹੜਾ ਵਾ ਇਸਤਰੀ ਲਿੰਗ ਨਾਮ ਆ ਜੀ। ਭਾਵ ਕੈ ਤੋਂ ਪਹਿਲਾਂ ਕੋਈ ਨਾਮ ਆਵੇ, ਪੜਨਾਮ ਆਵੇ। ਸੁਖਵਿੰਦਰ ਸਿੰਘ ਜੀ ਤੁਸੀਂ ਦੁਬਾਰਾ ਦੇਖੋ ਫਿਰ ਇੱਕ ਵਾਰ ਤੋਂ ਰਿਪੀਟ ਕਰਾਂ ਜੀ। ਤਿੰਨ ਕੈ, ਤਿੰਨ ਸ਼ਬਦ ਜਿਹੜਾ ਵਾ ਇਹ ਪੜਨਾਵੀ ਆ ਗਿਆ ਜੀ, ਬਹੁਵਚਨ। ਨਾਨਕ ਇਹ ਸ਼ਬਦ ਜਿਹੜਾ ਵਾ ਇੱਕ ਵਚਨ ਨਾਉਨ ਆ ਗਿਆ। ਨੰਨੇ ਕੱਕੇ ਪੈਰ ਔਂਕੜ ਜਿਹੜੀ ਆ ਕੈ ਸ਼ਬਦ ਸੰਬੰਧਕੀ ਹੋਣ ਕਰਕੇ ਕੱਕੇ ਪੈਰ ਔਂਕੜ ਜਿਹੜੀ ਕੱਟੀ ਗਈ। ਉਸ ਤੋਂ ਬਾਅਦ ਜਿਹੜਾ ਸੁਰਤੀ ਜਿਹੜਾ ਸ਼ਬਦ ਆ, ਸੁਰਤੀ ਕੈ ਮਾਰਗ ਚੱਲ ਕੇ ਉਲਟੀ ਨਜ਼ਰ ਪ੍ਰਗਾਏ, ਸੁਰਤ ਸ਼ਬਦ ਜਿਹੜਾ ਵਾ ਇਹ ਇਸਤਰੀ ਲਿੰਗ ਨਾਮ ਆ ਜੀ। ਤੋਂ ਕੈ ਸ਼ਬਦ ਜਿਹੜਾ ਵਾ ਉਹਨਾਂ ਨੇ ਅੱਗੇ ਲਿਖਦੇ ਆ ਵੀ ਕੈ ਤੋਂ ਪਹਿਲਾਂ ਕੋਈ ਨਾਮ ਆਵੇ, ਪੜਨਾਮ ਆਵੇ ਜਾਂ ਇਸਤਰੀ ਲਿੰਗ ਸ਼ਬਦ ਆਵੇ ਤਾਂ ਇੱਕ ਵਚਨ ਹੋਵੇ ਜਾਂ ਬਹੁਵਚਨ ਸ਼ਬਦ ਹੋਵੇ ਤਾਂ ਕੈ ਦੀ ਬਣਤਰ ਨੂੰ ਕੋਈ ਫਰਕ ਨਹੀਂ ਪੈਂਦਾ। ਕੈ ਸ਼ਬਦ ਜਿਹੜਾ ਕੇ ਵਿੱਚ ਨਹੀਂ ਹੁੰਦਾ, ਕੈ ਦੀ ਸ਼ਬਦ ਨੂੰ ਕੋਈ ਬਣਤਰ ਨੂੰ ਕੋਈ ਫਰਕ ਨਹੀਂ ਪੈਂਦਾ। ਕੈ ਤੋਂ ਬਾਅਦ ਆਏ ਸ਼ਬਦ ਜਿਵੇਂ ਕੈ ਬਲਿਹਾਰੈ ਨੂੰ ਅੰਤ ਤੁਲਾਵਾ, ਕੈ ਮਨ ਜਾਂ ਕੈ ਮਾਰਗ, ਅੰਤ ਸਿਹਾਰੀ, ਭਾਵ ਕੈ ਤੋਂ ਬਾਅਦ ਵਾਲਾ ਸ਼ਬਦ ਅੰਤ ਮੁਕਤਾ ਜਾਂ ਔਂਕੜ ਨਹੀਂ ਹੋ ਸਕਦਾ। ਹੁਣ ਇੱਥੇ ਇੱਕ ਗੱਲ ਸਮਝਣ ਵਾਲੀ ਜੀ, ਇਹ ਗੱਲ ਖਿਆਲ ਰੱਖੋ, ਜਦੋਂ ਕੈ ਸ਼ਬਦ ਆਏਗਾ, ਕੈ ਸ਼ਬਦ ਤੋਂ ਬਾਅਦ ਜਿਹੜੇ ਸ਼ਬਦ ਆਉਣਗੇ, ਚਾਹੇ ਉਹ ਨਾਉਨ ਆ, ਚਾਹੇ ਉਹ ਪੜਨਾਮਵਾਚੀ ਆ, ਚਾਹੇ ਉਹ ਨਾਉਨ ਆ, ਚਾਹੇ ਉਹ ਇਸਤਰੀ ਲਿੰਗਵਾਚੀ ਸ਼ਬਦ ਆ, ਉਹ ਹਮੇਸ਼ਾ ਸਿਹਾਰੀ ਜਾਂ ਫਿਰ ਦੁਲਾਵਾਂ ਦੇ ਨਾਲ ਹੀ ਐਂਡ ਆਉਣਗੇ। ਜਿਵੇਂ ਹੁਣ ਇੱਥੇ ਬਲਿਹਾਰਾ ਸ਼ਬਦ ਆ, ਤਿੰਨ ਕੈ ਸਦ ਬਲਿਹਾਰਾ, ਰਾਰੇ ਦੇ ਉੱਤੇ ਦੁਲਾਵਾਂ ਦਾ ਪਾਠ ਹੈ। ਨਾਨਕ ਕੈ ਮਨ, ਮਨ ਸ਼ਬਦ ਨੰਨੇ ਨੂੰ ਸਿਹਾਰੀ ਦੇ ਨਾਲ ਆ। ਸੁਰਤੀ ਕੈ ਮਾਰਗ, ਮਾਰਗ ਸ਼ਬਦ ਗੱਗੇ ਨੂੰ ਸਿਹਾਰੀ ਨਾਲ ਆ। ਕੈ ਸ਼ਬਦ ਤੋਂ ਬਾਅਦ ਇਹ ਗੱਲ ਸਾਧ ਸੰਗਤ ਖਿਆਲ ਰੱਖਣ ਵਾਲੀ ਆ ਸੌਖੇ ਜਿਹੇ ਸ਼ਬਦਾਂ ਦੇ ਵਿੱਚ ਵੀ ਕੈ ਸ਼ਬਦ ਤੋਂ ਬਾਅਦ ਹਮੇਸ਼ਾ ਜੇ ਚਾਹੇ ਉਹ ਨਾਉਨ ਵਾਲਾ ਸ਼ਬਦ ਹੋਵੇ, ਚਾਹੇ ਇਸਤਰੀ ਲਿੰਗਵਾਚੀ ਹੋਵੇ, ਚਾਹੇ ਉਹ ਪੜਨਾਵੀ ਹੋਵੇ, ਉਹ ਸ਼ਬਦ ਜਿਹੜਾ ਵਾ ਉਹ ਹਮੇਸ਼ਾ ਦੁਲਾਵਾਂ ਦੇ ਨਾਲ ਐਂਡ ਅਤੇ ਸਿਹਾਰੀ ਦੇ ਨਾਲ ਐਂਡ ਹੀ ਹੁੰਦਾ ਹੈ। ਇੱਥੋਂ ਸਾਨੂੰ ਪਤਾ ਲੱਗਦਾ ਵਾ ਵੀ ਜਿਹੜਾ ਕੈ ਸ਼ਬਦ ਆ ਇਹ ਕੀ ਆ ਜੀ, ਇੱਥੇ ਸੰਬੰਧਕੀ ਜਿਹੜਾ ਵਾ ਇਹ ਅਰਥ ਦੇ ਰਿਹਾ ਵਾ ਇਸ ਪੰਕਤੀ ਦੇ ਵਿੱਚ। ਉਸ ਤੋਂ ਅੱਗੇ ਉਹ ਲਿਖਦੇ ਆ ਜੀ, ਕੈ ਤੋਂ ਬਾਅਦ ਅੰਤ ਸਿਹਾਰੀ ਜਾਂ ਅੰਤ ਦੁਲਾਵਾਂ ਵਾਲਾ ਸ਼ਬਦ ਜ਼ਰੂਰ ਹੋਣਾ ਚਾਹੀਦਾ ਹੈ, ਪਰ ਕੇ ਸ਼ਬਦ ਤੋਂ ਬਾਅਦ ਕੋਈ ਸ਼ਬਦ ਅੰਤ ਸਿਹਾਰੀ ਜਾਂ ਅੰਤ ਦੁਲਾਵਾਂ ਵਾਲਾ ਨਹੀਂ ਹੋ ਸਕਦਾ। ਹੁਣ ਇੱਥੇ ਦੂਸਰੀ ਗੱਲ ਆ ਗਈ ਜੀ, ਪਹਿਲਾਂ ਕੈ ਸ਼ਬਦ ਸੀ, ਹੁਣ ਦੂਸਰਾ ਸ਼ਬਦ ਹੈ ਜੀ ਕੇ ਕੱਕੇ ਉੱਤੇ ਇੱਕ ਲਾਂ ਦੇ ਨਾਲ। ਕਹਿਣ ਤੋਂ ਭਾਵ ਵੀ ਕੈ ਸ਼ਬਦ ਤੋਂ ਅਗਲੇ ਸ਼ਬਦ ਜਿਹੜੇ ਆ ਉਹ ਐਂਡ ਉਹਨਾਂ ਦਾ ਅੰਤ ਦੁਲਾਵਾਂ ਤੇ ਸਿਹਾਰੀ ਨਾਲ ਆ। ਪਰ ਜਦੋਂ ਅਸੀਂ ਕੇ ਸ਼ਬਦ ਕੱਕੇ ਉੱਤੇ ਇੱਕ ਲਾਂ ਕੇ ਸ਼ਬਦ ਦੀ ਗੱਲ ਕਰਾਂਗੇ, ਉਹ ਕੇ ਸ਼ਬਦ ਤੋਂ ਬਾਅਦ ਜਿਹੜੇ ਸ਼ਬਦ ਹੁੰਦੇ ਆ ਨਾਉਨ, ਪੜਨਾਵੀ ਜਾਂ ਫਿਰ ਇਸਤਰੀ ਲਿੰਗਵਾਚਕ, ਉਹ ਸ਼ਬਦ ਜਿਹੜੇ ਆ ਉਹ ਉਹਨਾਂ ਦਾ ਐਂਡ ਦੁਲਾਵਾਂ ਤੇ ਸਿਹਾਰੀ ਦੇ ਨਾਲ ਨਹੀਂ ਹੁੰਦਾ। ਉਹਨਾਂ ਦਾ ਐਂਡ ਹੁੰਦਾ ਵਾ ਜਾਂ ਤੇ ਮੁਕਤਾ ਹੋਣਗੇ ਉਹ ਸ਼ਬਦ, ਜਾਂ ਫਿਰ ਉਹਨਾਂ ਦੇ ਐਂਡ ਵਿੱਚ ਅੱਖਰ ਦੇ ਪੈਰ 'ਚ ਔਂਕੜ ਹੋਵੇਗੀ। ਜਿਵੇਂ ਹੁਣ ਉਦਾਹਰਨ ਸਰੂਪ ਇੱਥੇ ਅਸੀਂ ਸ਼ਬਦ ਪੜ੍ਹਦੇ ਹਾਂ, ਤਿੰਨ ਕੇ ਨਾਮ ਅਨੇਕ ਅਨੰਤ, ਗੁਰ ਕੇ ਚਰਨ ਸਰੇਵਣੇ, ਤੀਰਥ ਹਰ ਕਾ ਨਾਉ, ਸੰਗਤ ਕੇ ਮੁਖ ਉਜਲੇ, ਸੰਗਤ ਕੇ ਮੁਖ ਉਜਲ ਭਏ।
ਹੁਣ ਇੱਥੇ ਤੁਸੀਂ ਦੇਖੋ ਇਹਨਾਂ ਤਿੰਨਾਂ ਪੰਕਤੀਆਂ 'ਚ ਤਿੰਨ ਕੇ ਨਾਮ, ਕੇ ਸ਼ਬਦ ਤੋਂ ਬਾਅਦ ਨਾਮ ਸ਼ਬਦ ਆ, ਨਾਮ ਮਮਾ ਅੱਖਰ ਜਿਹੜਾ ਵਾ ਉਹ ਮੁਕਤਾ ਵਾ। ਉਸ ਤੋਂ ਬਾਅਦ ਫਿਰ ਗੁਰ ਕੇ ਚਰਨ, ਚਰਨ ਸ਼ਬਦ ਨਾਣਾ ਅੱਖਰ ਮੁਕਤਾ ਵਾ। ਫਿਰ ਉਸ ਤੋਂ ਬਾਅਦ ਸੰਗਤ ਕੇ ਮੁਖ, ਮੁਖ ਸ਼ਬਦ ਖੱਖਾ ਅੱਖਰ ਜਿਹੜਾ ਵਾ ਮੁਕਤਾ ਵਾ। ਹੁਣ ਨਾਮ ਸ਼ਬਦ ਇਹ ਵੀ ਨਾਉਨ ਆ ਜੀ, ਚਰਨ ਸ਼ਬਦ ਇਹ ਵੀ ਨਾਉਨ ਆ, ਫਿਰ ਮੁਖ ਸ਼ਬਦ ਇਹ ਵੀ ਨਾਉਨ ਆ, ਹਨਾ। ਹੁਣ ਇਹ ਜਿਹੜੇ ਸ਼ਬਦ ਆ ਨਾਉਨ, ਨਾਮ, ਚਰਨ, ਮੁਖ, ਇਹ ਨਾਉਨ ਸ਼ਬਦ ਦਾ ਅਖੀਰਲਾ ਅੱਖਰ ਜਿਹੜਾ ਵਾ ਉਹ ਮੁਕਤਾ ਵਾ। ਤੋ ਇੱਥੋਂ ਪਤਾ ਲੱਗ ਰਿਹਾ ਵੀ ਕੇ ਸ਼ਬਦ ਤੋਂ ਬਾਅਦ ਵਾਲੇ ਸ਼ਬਦ ਦਾ ਅਖੀਰਲਾ ਅੱਖਰ ਜਿਹੜਾ ਮੁਕਤਾ ਹੁੰਦਾ ਹੈ, ਜਾਂ ਫਿਰ ਉਹ ਪੈਰ ਚੌਂਕੜ ਨਾਲ ਹੁੰਦਾ ਹੈ। ਪਰ ਕੈ ਸ਼ਬਦ ਤੋਂ ਅਗਲੇ ਜਿਹੜੇ ਸ਼ਬਦ ਹੁੰਦੇ ਆ ਉਹ ਸਿਹਾਰੀ ਦੇ ਨਾਲ ਜਾਂ ਫਿਰ ਦੁਲਾਵਾਂ ਦੇ ਨਾਲ ਆਉਂਦੇ ਹਨ। ਅੱਗੇ ਉਹਨਾਂ ਨੇ ਜਿਹੜਾ ਵਾ ਤੁਸੀਂ ਦੇਖੋ, ਉਕਤ ਤਿੰਨ ਕੈ ਅਤੇ ਤਿੰਨੇ ਕੇ ਤੁਕਾਂ ਨੂੰ ਸਾਹਮਣੇ ਰੱਖ ਕੇ ਵਾਚਿਆ ਜਾ ਸਕਦਾ ਹੈ। ਤਿੰਨ ਕੈ ਬਲਿਹਾਰ ਹੈ, ਕੈ ਸ਼ਬਦ ਤੋਂ ਬਾਅਦ ਬਲਿਹਾਰ ਹੈ ਦੁਲਾਵਾਂ ਨਾਲ। ਤਿੰਨ ਕੇ ਨਾਮ, ਨਾਮ ਅੱਖਰ ਮਮਾ ਅੱਖਰ ਮੁਕਤਾ। ਨਾਨਕ ਕੈ ਮਨ, ਮਨ ਸ਼ਬਦ ਨੰਨੇ ਨੂੰ ਸਿਹਾਰੀ, ਕੈ ਤੋਂ ਬਾਅਦ ਮਨ ਸ਼ਬਦ ਨੰਨੇ ਨੂੰ ਸਿਹਾਰੀ ਨਾਲ ਆ ਗਿਆ। ਗੁਰ ਕੇ ਚਰਨ, ਕੇ ਸ਼ਬਦ ਤੋਂ ਬਾਅਦ ਚਰਨ ਨਾਣਾ ਅੱਖਰ ਮੁਕਤਾ। ਸੁਰਤ ਕੈ ਮਾਰਗ, ਸੁਰਤ ਕੈ ਮਾਰਗ, ਕੈ ਮਾਰਗ ਗੱਗੇ ਨੂੰ ਸਿਹਾਰੀ ਨਾਲ ਹੈ ਜੀ। ਸੰਗਤ ਕੈ, ਸੰਗਤ ਕੇ ਮੁਖ ਉਜਲੇ, ਕੇ ਮੁਖ, ਮੁਖ ਜਿਹੜਾ ਖੱਕਾ ਅੱਖਰ ਜਿਹੜਾ ਮੁਕਤਾ ਵਾ। ਤੋ ਮੈਂ ਉਮੀਦ ਕਰਦਾ ਵੀ ਆਪ ਜੀ ਨੂੰ ਇਹ ਪਹਿਲੀ ਜਿਹੜੀ ਜਾਣਕਾਰੀ ਉਹ ਸਮਝ ਵਿੱਚ ਆ ਗਈ ਹੋਵੇਗੀ। ਇੱਕ ਵਾਰ ਫਿਰ ਤੋਂ ਰਿਪੀਟ ਕਰਦੇ ਆ। ਮੈਂ ਇੱਥੇ ਇਹ ਵੀ ਬੇਨਤੀ ਕਰਨਾ ਚਾਹਾਂਗਾ ਵੀ ਰਿਪੀਟ ਮੈਂ ਇਸ ਵਾਸਤੇ ਕਰਦਾ ਵਾਂ ਕਿਉਂਕਿ ਗੁਰਬਾਣੀ ਵਿਆਕਰਣ, ਇਹ ਗੱਲ ਯਾਦ ਰੱਖੋ ਵੀ ਇੱਕ ਐਸਾ ਵਿਸ਼ਾ ਜਿਹੜਾ ਸਾਨੂੰ ਨਾ ਵਾਰ-ਵਾਰ ਅਭਿਆਸ ਕਰ ਕਰਕੇ ਸ਼ਬਦਾਂ ਦਾ ਫਿਰ ਹੀ ਜਿਹੜੀ ਆ ਉਹ ਗੱਲ ਸਮਝ ਵਿੱਚ ਆਉਂਦੀ ਆ। ਜਿੰਨੀ ਵਾਰ ਅਸੀਂ ਰਿਪੀਟ ਸ਼ਬਦਾਂ ਨੂੰ ਕਰਾਂਗੇ ਜਾਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਜ਼ਿਆਦਾ ਸਾਡੇ ਵਾਸਤੇ ਨਾ ਵਿਆਕਰਣ ਦੇ ਜਿਹੜੇ ਨਿਯਮ ਆ ਉਹ ਸਰਲ ਹੋ ਜਾਣਗੇ, ਸੌਖੇ ਹੋ ਜਾਣਗੇ। ਇਸ ਵਾਸਤੇ ਮੈਂ ਹਮੇਸ਼ਾ ਜਿਹੜਾ ਵਾ 2-3 ਵਾਰੀ ਜਿਹੜਾ ਵਾ ਉਹ ਰਿਪੀਟ ਕਰਦਾ ਹੁੰਦਾ ਤਾਂ ਜੋ ਅਗਲਾ ਜਿਹੜਾ ਸਰੋਤਾ ਵਾ ਉਹਨੂੰ ਸਮਝ ਲੱਗ ਜੇ ਵੀ ਜਿਹੜਾ ਅਸੀਂ ਇਹ ਨਿਯਮ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਵੀ ਇਹ ਨਿਯਮ ਜਿਹੜਾ ਵਾ ਇਹਦਾ ਕੀ ਮਤਲਬ ਆ। ਹੁਣ ਇੱਥੇ ਰਿਪੀਟ ਅਖੀਰ ਤੇ ਕਰਦਾ ਜਾਵਾਂ ਵੀ ਕੈ ਸ਼ਬਦ, ਕੈ ਸ਼ਬਦ ਦਾ ਸੰਬੰਧ ਕੀ ਅਰਥ ਆਏਗਾ, ਇਹ ਸਾਨੂੰ ਕਿਵੇਂ ਪਤਾ ਲੱਗੇਗਾ? ਕਿਉਂਕਿ ਕੈ ਸ਼ਬਦ ਤੋਂ ਅਗਲਾ ਜਿਹੜਾ ਸ਼ਬਦ ਆ, ਚਾਹੇ ਉਹ ਨਾਉਨ ਆ, ਚਾਹੇ ਪੜਨਾਵੀ ਆ, ਚਾਹੇ ਉਹ ਇਸਤਰੀ ਲਿੰਗਵਾਚਕ ਆ, ਉਹ ਹਮੇਸ਼ਾ ਉਹਦਾ ਅਖੀਰ ਜਿਹੜਾ ਅੱਖਰ ਦਾ ਸ਼ਬਦ ਦਾ ਅਖੀਰ ਜਿਹੜਾ ਹੈ ਉਹ ਅੱਖਰ ਤੇ ਦੁਲਾਵਾਂ ਤੇ ਸਿਹਾਰੀ ਨਾਲ ਆਵੇਗਾ। ਜਿਵੇਂ ਬਲਿਹਾਰ ਹੈ ਮਨ ਮਾਰਗ, ਜਦੋਂ ਕੇ ਸ਼ਬਦ ਕੱਕੇ ਉਤੇ ਕਲਾਂ ਦੇ ਨਾਲ, ਇਸ ਦੀ ਆਪਾਂ ਗੱਲ ਕਰਾਂਗੇ। ਇਸ ਤੋਂ ਅਗਲੇਰਾ ਜਿਹੜਾ ਸ਼ਬਦ ਆ ਉਹ ਹਮੇਸ਼ਾ ਨਾਉਨ, ਪ੍ਰਨਾਉਨ ਜਾਂ ਫਿਰ ਇਸਤਰੀ ਲਿੰਗਵਾਚਕ ਸ਼ਬਦ ਹੋਵੇ, ਉਹ ਹਮੇਸ਼ਾ ਅੱਖਰ ਮੁਕਤਾ ਹੁੰਦਾ ਵਾ। ਹੁਣ ਇਸ ਤੋਂ ਅੱਗੇ ਆਪਾਂ ਇਸ ਨਿਯਮ ਨੂੰ ਹੋਰ ਅੱਗੇ ਸਮਝੀਏ ਜੀ। ਹੁਣ ਇੱਥੇ ਗਿਆਨੀ ਅਵਤਾਰ ਸਿੰਘ ਜੀ ਹੋਣਾ ਇੱਥੇ ਵਿਚਾਰ ਦਿੱਤੀ ਹੈ ਜੀ। ਉਹਨਾਂ ਦਾ ਲਿਖਣਾ ਹੈ ਵੀ ਉਕਤ ਕੀਤੀ ਵਿਚਾਰ ਕੇਵਲ ਸੰਬੰਧ ਕੀ ਕੈ ਦੀ ਹੀ ਹੈ, ਪਰ ਹੇਠਲੀਆਂ 3 ਤੁਕਾਂ 'ਚ ਕੁਝ ਹੋਰ ਨਿਯਮ ਮਿਲਾ ਕੇ ਕੈ ਨਾਲ ਸੰਬੰਧਿਤ 6 ਨਿਯਮ। ਕਹਿਣ ਤੋਂ ਭਾਵ ਵੀ ਕੈ ਜਿਹੜਾ ਸ਼ਬਦ ਆ ਇਹ ਕੇਵਲ ਇੱਕ ਅਰਥਾਂ 'ਚ ਨਹੀਂ ਆਇਆ। ਕੈ ਸੰਬੰਧੀ ਜਿਹੜੇ ਆ ਉਹ ਗੁਰਬਾਣੀ ਦੇ ਵਿੱਚ 6 ਨਿਯਮ ਹੋਰ ਵੀ ਆ, ਜਿੱਥੇ ਕੈ ਸ਼ਬਦ ਜਿਹੜਾ ਵਾ ਉਹ ਵੱਖੋ ਵੱਖਰੇ ਅਰਥ ਕਰ ਰਿਹਾ ਪੰਕਤੀਆਂ ਦੇ ਵਿੱਚ। ਹੁਣ ਸਭ ਤੋਂ ਪਹਿਲਾਂ ਅਸੀਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਵੀ ਜਿਸ ਕੈ ਹੁਕਮ ਇੰਦ ਵਰਸਦਾ, ਤਿਸ ਕੈ ਸਦ ਬਲਿਹਾਰੈ ਜਾਊ। ਇਸ ਤੁਕ ਵਿੱਚ 2 ਵਾਰੀ ਤੁਸੀਂ ਦੇਖੋ ਵੀ ਕੈ ਸ਼ਬਦ ਆਇਆ। ਜਿਸ ਕੈ ਹੁਕਮ ਇੰਦ ਵਰਸਦਾ, ਹੁਕਮ ਤੋਂ ਪਹਿਲਾਂ ਕੈ ਸ਼ਬਦ ਆ ਗਿਆ, ਫਿਰ ਉਸ ਤੋਂ ਅੱਗੇ ਜੀ ਤਿਸ ਕੈ ਸਦ ਬਲਿਹਾਰੈ ਜਾਊ। ਹੁਣ ਇਸ ਗੁਰਬਾਣੀ ਪੰਕਤੀ ਵਿੱਚ ਤੁਸੀਂ ਦੇਖੋ ਵੀ ਕੈ ਸ਼ਬਦ ਤੋਂ ਬਾਅਦ ਜਿਹੜਾ ਹੁਕਮ ਸ਼ਬਦ ਆ ਜੀ, ਜਿਸ ਕੈ ਹੁਕਮ, ਹੁਕਮ ਸ਼ਬਦ ਜਿਹੜਾ ਵਾ ਉਹ ਮੰਮੇ ਨੂੰ ਸਿਹਾਰੀ ਨਾਲ ਆਇਆ ਵਾ। ਫਿਰ ਤਿਸ ਕੈ ਸਦ ਬਲਿਹਾਰੈ ਜਾਊ, ਕੈ ਸ਼ਬਦ ਤੋਂ ਬਾਅਦ ਬਲਿਹਾਰੈ ਜਿਹੜਾ ਸ਼ਬਦ ਆ ਉਹ ਇੱਥੇ ਜਿਹੜਾ ਵਾ ਰਾਰੇ ਉੱਤੇ ਦੁਲਾਵਾਂ ਦੇ ਨਾਲ ਆਇਆ ਵਾ, ਅੰਤ ਦੁਲਾਵਾਂ ਵਾ। ਤੋਂ ਇੱਥੇ ਜਿਹੜਾ ਵਾ ਦੋਨੋਂ ਜਗ੍ਹਾ ਦੇ ਉੱਤੇ ਜਿਸ ਕੈ, ਕੈ ਸ਼ਬਦ ਦਾ ਇੱਥੇ ਜਿਹੜਾ ਵਾ ਸੰਬੰਧਕੀ ਅਰਥ ਨਿਕਲੇਗਾ ਜੀ। ਜਿਸ ਕੈ, ਜਿਸ ਕੈ ਤੋਂ ਭਾਵ ਜਿਸ ਦੇ ਹੁਕਮ ਵਿੱਚ, ਮੰਮੇ ਨੂੰ ਸਿਹਾਰੀ ਆ ਗਈ, ਹੁਕਮ ਵਿੱਚ ਇੰਦ ਵਰਸਦਾ, ਮੀਂਹ ਵਰਸ ਰਿਹਾ ਵਾ। ਤਿਸ ਕੈ ਸਦ ਬਲਿਹਾਰੈ ਜਾਊ, ਤਿਸ ਕੈ ਵੀ ਉਸ ਦੇ, ਜੋ ਮੈਂ ਹਾਂ, ਫਸਟ ਪਰਸਨ ਦੀ ਗੱਲ ਆ ਜੀ, ਵੀ ਮੈਂ ਜੋ ਹਾਂ ਉਹ ਬਲਿਹਾਰ ਜਾਂਦਾ ਹਾਂ। ਜਾਊ ਬਿੰਦੀ ਦੇ ਨਾਲ ਉਚਾਰਨ ਕਰਾਂਗੇ, ਜਾਊ ਮੈਂ ਜਾਂਦਾ ਹਾਂ। ਤਿਸ ਕੈ, ਜਿਸ ਕੈ ਹੁਕਮ ਇੰਦ ਵਰਸਦਾ, ਤਿਸ ਕੈ ਸਦ ਬਲਿਹਾਰੈ ਜਾਊ। ਇਸ ਤੋਂ ਅਗਲੀ ਪੰਕਤੀ ਆ ਜੀ,
ਆਪਣ ਹੱਥੀ ਜੋਲ ਕੇ ਕਹਿ ਗੱਲ ਲੱਗੀ ਧਾਏ। ਤੁਸੀਂ ਆਪਣੀ ਕਿਤਾਬ ਵਿੱਚ ਵੀ ਤੁਸੀਂ ਦੇਖ ਸਕਦੇ ਹੋ 49 ਨੰਬਰ ਪੇਜ ਤੇ ਸਭ ਤੋਂ ਪਹਿਲਾਂ ਮੂੰਹ ਉੱਪਰ ਤੁਸੀਂ ਦੇਖੋ ਵੀ ਕਿਤਾਬ ਵਿੱਚ ਵੀ ਇਹ ਵੈਸੇ ਪੰਕਤੀ ਆਈ ਹੋਈ ਆ ਤੇ ਇੱਥੇ ਵੀ ਅਸੀਂ ਦੇਖਦੇ ਹਾਂ ਵੀ ਇੱਥੇ ਵੀ ਸਾਂਝੀ ਕੀਤੀ ਆ ਵੀ ਆਪਣ ਹੱਥੀ ਜੋਲ ਕੇ ਕਹਿ ਗੱਲ ਲੱਗੈ ਧਾਏ। ਇੱਥੇ ਤੁਸੀਂ ਦੇਖੋ ਭਗਤ ਫਰੀਦ ਸਾਹਿਬ ਜੀ ਦੇ ਸ਼ਬਦ ਆ, ਜੋਲ ਕਹਿ, ਉਸ ਤੋਂ ਬਾਅਦ ਕਹਿ ਗੱਲ ਲੱਗੈ ਧਾਏ। ਹੁਣ ਇੱਥੇ ਥੋੜੀ ਇੱਕ ਕੁੰਡੀ ਜਿਹੜੀ ਆ ਨਿਯਮ ਜਿਹੜਾ ਵਾ ਉਹ ਸਮਝਣ ਵਾਲਾ ਵਾ। ਇਸ ਤੁਕ ਵਿੱਚ 2 ਵਾਰ ਕੈ ਸ਼ਬਦ ਆਇਆ ਵਾ ਜੀ, ਪਰ ਇੱਥੇ ਦੋਵੇਂ ਜਗ੍ਹਾ ਕੈ ਸ਼ਬਦ ਦਾ ਜਿਹੜਾ ਅਰਥ ਆ ਉਹ ਜਿਹੜਾ ਅਰਥ ਜਿਹੜਾ ਵਾ ਉਹ ਸੰਬੰਧਕੀ ਨਹੀਂ ਆ, ਦੇ ਅਰਥਾਂ ਵਿੱਚ ਨਹੀਂ ਆ। ਪਹਿਲਾ ਜਿਹੜਾ ਸ਼ਬਦ ਆ ਜੋਲ ਕੈ ਦਾ ਜਿਹੜਾ ਅਰਥ ਆ ਉਹ ਆ ਤੋੜ ਕੇ, ਕਿਰਿਆ ਵਿਸ਼ੇਸ਼ਣ ਆ ਗਿਆ ਜੀ, ਤੋੜ ਕੇ ਜਿਹਨੂੰ ਕਹਿ ਦਿੰਦੇ ਆ। ਦੂਜੀ ਵਾਰ ਜਿਹੜਾ ਕਹਿ ਗੱਲ ਸ਼ਬਦ ਜਿਹੜਾ ਆ ਗਿਆ, ਕਹਿ ਗੱਲ ਸ਼ਬਦ ਲੱਲੇ ਨੂੰ ਸਿਹਾਰੀ ਨਾਲ ਆ ਜੀ। ਜੋਲ ਜਿਹੜਾ ਤੁਸੀਂ ਇੱਥੇ ਦੇਖੋ, ਜੋਲ ਸ਼ਬਦ ਵੀ ਲੱਲੇ ਨੂੰ ਸਿਹਾਰੀ ਨਾਲ ਆ, ਗੱਲ ਸ਼ਬਦ ਵੀ ਜਿਹੜਾ ਗੱਲ ਸ਼ਬਦ ਵੀ ਜਿਹੜਾ ਵਾ ਉਹ ਵੀ ਲੱਲੇ ਨੂੰ ਸਿਹਾਰੀ ਨਾਲ ਆ। ਜਿਹੜਾ ਕਹਿ ਗੱਲ ਇਹ ਜਿਹੜਾ ਇੱਥੇ ਕਹਿ ਸ਼ਬਦ ਆ ਇਹ ਹੈ ਜੀ ਪ੍ਰਸ਼ਨਵਾਚੀ ਪੜਨਾਵੀ ਵਿਸ਼ੇਸ਼ਣ। ਇਸ ਤੋਂ ਜਿਹੜੀ ਪਹਿਲਾਂ ਅਸੀਂ ਪੰਕਤੀ ਸਾਂਝੀ ਕੀਤੀ ਸੀ, ਜਿਸ ਕੈ ਹੁਕਮ ਇੰਦ ਵਰਸਦਾ ਤਿਸ ਕੈ ਸਦ ਬਲਿਹਾਰਿਆ ਜਾਓ, ਉੱਥੇ ਦੋਵਾਂ ਜਗ੍ਹਾ ਦੇ ਉੱਤੇ ਕਹਿ ਸ਼ਬਦ ਜਿਹੜਾ ਵਾ ਉਹ ਸੰਬੰਧਕੀ ਆਇਆ ਸੀ, ਪਰ ਇੱਥੇ ਜਿਹੜਾ ਵਾ ਇੱਥੇ ਸੰਬੰਧਕੀ ਨਹੀਂ ਆ। ਇੱਕ ਜਗ੍ਹਾ ਦੇ ਉੱਤੇ ਕਹਿ ਸ਼ਬਦ ਜਿਹੜਾ ਉਹ ਕਿਰਿਆ ਵਿਸ਼ੇਸ਼ਣ ਵਿੱਚ ਆ ਰਿਹਾ ਵਾ, ਦੂਸਰੀ ਜਗ੍ਹਾ ਕਹਿ ਗੱਲ ਲੱਗੈ ਧਾਏ, ਕਹਿ ਸ਼ਬਦ ਜਿਹੜਾ ਵਾ ਉਹ ਪ੍ਰਸ਼ਨਵਾਚੀ ਪੜਨਾਵੀ ਵਿਸ਼ੇਸ਼ਣ ਆ ਰਿਹਾ ਵਾ ਜੀ, ਜਿਸ ਦਾ ਅਰਥ ਆ ਕਿਸ ਗੱਲ ਨਾਲ। ਧਿਆਨ ਰਹੇ ਵੀ ਇੱਥੇ ਵੀ ਕਹਿ ਨਾਲ ਸੰਧੀ ਹੋ ਕੇ ਪਹਿਲਾਂ ਆਏ ਸ਼ਬਦ ਜੋੜ ਕਹਿ ਨੂੰ ਅੰਤ ਸਿਹਾਰੀ ਅਤੇ ਬਾਅਦ ਚ ਸੰਧੀ ਵਜੋਂ ਆਏ ਕਹਿ ਗੱਲ ਨੂੰ ਅੰਤ ਸਿਹਾਰੀ ਹੈ। ਭਾਵ ਜਦ ਕਹਿ 2 ਸ਼ਬਦਾਂ ਨਾਲ ਸੰਧੀ ਵਜੋਂ ਦਰਜ ਹੋਵੇ, ਉੱਥੇ ਵੀ ਦੂਸਰਾ ਸ਼ਬਦ ਅੰਤ ਮੁਕਤਾ ਜਾਂ ਅੰਤ ਔਂਕੜ ਨਹੀਂ ਹੋਣਾ ਚਾਹੀਦਾ। ਗੱਲ ਸ਼ਾਇਦ ਆਪ ਜੀ ਨੂੰ ਸਮਝ ਵਿੱਚ ਲੱਗ ਗਈ ਹੋਵੇਗੀ। ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਕਹਿ ਸ਼ਬਦ ਆ ਉਹ ਚਾਹੇ ਕਹਿ ਸ਼ਬਦ ਤੋਂ ਪਹਿਲਾਂ ਸ਼ਬਦ ਦਾ ਨਾਉਨ ਵਾਲਾ, ਚਾਹੇ ਕਹਿ ਸ਼ਬਦ ਤੋਂ ਬਾਅਦ ਆ ਕੋਈ ਨਾਉਨ ਵਾਲਾ ਸ਼ਬਦ, ਉਹ ਜਿਹੜਾ ਸ਼ਬਦ ਦਾ ਅੰਤਲਾ ਅੱਖਰ ਹੈ ਉਹ ਮੁਕਤਾ ਅਤੇ ਸਿਹਾਰੀ ਦੇ ਨਾਲ ਨਹੀਂ ਹੁੰਦਾ। ਉਹ ਸ਼ਬਦ ਹਮੇਸ਼ਾ ਜਿਹੜਾ ਵਾ ਜਾਂ ਤੇ ਮੁਕਤਾ ਜਾਂ ਫਿਰ ਔਂਕੜ ਨਾਲ ਨਹੀਂ ਹੁੰਦਾ, ਮਾਫ ਕਰਨਾ ਔਂਕੜ ਨਾਲ ਨਹੀਂ ਹੁੰਦਾ। ਉਹ ਸ਼ਬਦ ਜਾਂ ਤੇ ਸਿਹਾਰੀ ਨਾਲ ਹੁੰਦਾ ਵਾ, ਜਾਂ ਫਿਰ ਉਹ ਜਿਹੜਾ ਸ਼ਬਦ ਦਾ ਅੰਤਲਾ ਅੱਖਰ ਜਿਹੜਾ ਵਾ ਉਹ ਦੁਲਾਵਾਂ ਦੇ ਨਾਲ ਹੁੰਦਾ ਵਾ। ਜਿਵੇਂ ਗੱਲ ਸ਼ਬਦ ਲੱਲੇ ਨੂੰ ਸਿਹਾਰੀ ਨਾਲ ਆ, ਜੋਲ ਸ਼ਬਦ ਲੱਲੇ ਨੂੰ ਸਿਹਾਰੀ ਨਾਲ ਆ, ਪਹਿਲਾਂ ਵੀ ਲੱਲੇ ਨੂੰ ਸਿਹਾਰੀ, ਅਖੀਰ ਤੇ ਵੀ ਲੱਲੇ ਨੂੰ ਸਿਹਾਰੀ। ਇਸ ਤੋਂ ਅੱਗੇ ਜੀ ਗੁਰਬਾਣੀ ਲਿਖਤ ਵਿੱਚ ਕਿਰਿਆ ਵਿਸ਼ੇਸ਼ਣ ਸੁਣ ਦਾ ਅਰਥ ਹੁੰਦਾ ਹੈ ਸੁਣ ਕੇ, ਪਰ ਜੇ ਕਾਵ ਰੂਪ ਨੂੰ ਮੁੱਖ ਰੱਖਦੇ ਆ ਸੁਣ ਵੀ ਅਤੇ ਕੇ ਵੀ ਦਾ ਭਾਵ ਦੋਵੇਂ ਲਿਖਣੇ ਪੈ ਜਾਣ ਤਾਂ ਇਹ ਅਲੱਗ ਨਹੀਂ ਬਲਕਿ ਸੁਣ ਕੇ ਇਕੱਠੇ ਲਿਖਣੇ ਪੈਣੇ ਹਨ, ਜਾਂ ਇਸ ਦਾ ਸਰੂਪ ਬਦਲ ਕੇ ਸੁਣ ਕੇ ਅਲੱਗ ਹੋਵੇਗਾ। ਭਾਵ ਸੁਣ ਤੋਂ ਅਲੱਗ ਕਰਕੇ ਕਹਿ ਅਲੱਗ ਲਿਖਿਆ ਜਾਵੇਗਾ। ਸੁਣ ਨਾਲ ਮਿਲ ਕੇ ਆਵੇਗਾ। ਇਹ ਨਿਯਮ ਇਸ ਨੰਬਰ 3 ਵਿੱਚ। ਹੁਣ ਇੱਥੇ ਸਾਧ ਸੰਗਤ ਇੱਕ ਗੱਲ ਸਮਝਣ ਵਾਲੀ ਹੈ ਜੀ, ਅਵਤਾਰ ਸਿੰਘ ਜੀ ਹੁਣਾਂ ਨੇ ਸਾਨੂੰ ਇਹ ਗੱਲ ਸਮਝਾਈ ਆ ਵੀ ਜਿਹੜਾ ਕੇ ਸ਼ਬਦ ਆ ਇੱਕ ਲਾਂ ਦੇ ਨਾਲ ਜਦੋਂ ਅਸੀਂ ਸੰਧੀ ਕਰਦੇ ਆ ਨਾ ਜੀ, ਗੁਰਬਾਣੀ ਦੀ ਪੰਕਤੀ ਦੇ ਕਿਸੇ ਪਾਠ ਦੀ ਸੰਧੀ ਦਾ ਨਿਯਮ ਵਰਤਦੇ ਆ ਵੀ ਗੁਰਬਾਣੀ ਦੀ ਪੰਕਤੀ ਨੂੰ ਜਿਹੜਾ ਵਾ 2 ਭਾਗਾਂ ਦੇ ਵਿੱਚ ਜਾਂ 3 ਭਾਗਾਂ ਵਿੱਚ ਡਿਵਾਈਡ ਕਰਕੇ ਜਦੋਂ ਅਸੀਂ ਉਚਾਰਨ ਕਰਦੇ ਆ ਵਿਸ਼ਰਾਮ ਚਿੰਨ੍ਹ ਲਾ ਕੇ, ਉਹਨਾਂ ਦੇ ਕਹਿਣ ਦਾ ਮਤਲਬ ਜਿਹੜਾ ਕੇ ਸ਼ਬਦ ਆ ਉਹ ਕੇ ਸ਼ਬਦ ਜਿਹੜਾ ਵਾ ਨਾਉਨ ਵਾਲੇ ਸ਼ਬਦ ਦੇ ਨਾਲ ਜੁੜ ਕੇ ਵੀ ਹੁੰਦਾ ਵਾ, ਪਰ ਜਿਹੜਾ ਕੈ ਸ਼ਬਦ ਆ ਉਹ ਨਾਉਨ ਵਾਲੇ ਜਾਂ ਫਿਰ ਉਹ ਪੜਨਾਵੀ ਜਾਂ ਫਿਰ ਉਹ ਕਿਰਿਆਵਾਚੀ ਸ਼ਬਦ ਦੇ ਨਾਲ ਜੁੜ ਕੇ ਨਹੀਂ ਹੁੰਦਾ। ਹੁਣ ਇੱਥੇ ਉਦਾਹਰਨ ਸਰੂਪ ਉਹਨਾਂ ਨੇ ਗੁਰਬਾਣੀ ਦੀ ਪੰਕਤੀ ਲਿਖੀ ਹੋਈ ਹੈ ਜੀ, ਪਾਂਚੋਂ ਲੜਕੇ ਮਾਰ ਕੇ ਰਹਿ ਰਾਮ ਲਿਓ ਲਾਏ। ਹੁਣ ਇੱਥੇ ਤੁਸੀਂ ਦੇਖੋ ਪਾਂਚੋਂ ਲੜਕੇ ਕੱਕੇ ਉੱਤੇ ਇੱਕ ਲਾਂ ਦੇ ਨਾਲ ਆ, ਪਾਂਚੋਂ ਲੜਕੇ ਮਾਰ ਕੇ ਜਿਹੜਾ ਸ਼ਬਦ ਆ ਮਾਰ ਕਿਰਿਆਵਾਚੀ ਸ਼ਬਦ ਆ ਗਿਆ, ਉਹਦੇ ਨਾਲ ਜਿਹੜਾ ਕੈ ਸ਼ਬਦ ਆ ਉਹ ਵੱਖਰਾ ਜੁਦਾ ਹੋ ਕੇ ਆਇਆ, ਅਲੱਗ ਹੋ ਕੇ ਆਇਆ, ਪਰ ਕੇ ਇੱਕ ਲਾਮ ਵਾਲਾ ਜਿਹੜਾ ਕੇ ਸ਼ਬਦ ਆ ਉਹ ਨਾਲ ਮਿਲ ਕੇ ਆਇਆ ਹੋਇਆ ਵਾ।
इस तुक विच लड़के नूं लड़ के अलग नहीं किया गया, पर मार क्रियावाची शब्द कै शब्द जिहड़ा वा वो अलग हो गया। मार कै इनू जिहड़ा वा इकट्ठा नहीं, इनू अलग अलग किया गया है। जे क्रिया विशेषण शब्द सुन जां लड़ जां मार तो बाद कै आया होवे तां वो पद छेद होवेगा, वो इकट्ठा नहीं लिखिया जाएगा। पर जे के आया होवे तां वो पद छेद नहीं होवेगा, वो इकट्ठा लिखिया जाएगा। राइट। ते मैं उम्मीद करदा भी ये भी आप जी नूं गल समझ में आ गई होवेगी। हुण इस तो अगे चलदे आ जी। पड़नावी विशेषण नाम दी थां ते वरते जाण वाले शब्द नूं नाम दी थां नाउन, नाम दा अर्थ है जी नाउन, इंग्लिश विच नाउन कहंदे आ। नाउन दी थां वरते जाण वाले शब्द नूं पड़नाव आखदे आ। जिवें मैं, असी, तू, तुसी, एह, ओह, किहड़ा, कौन, जेड़ा, इन्हां, जिन्हां, किन्हां, की, किस आदि। पर जे इन्हां नाल कोई नाम शब्द भी आ जावे तां इह पड़नावी विशेषण जां प्रश्नवाची पड़नावी विशेषण कहलाउंदे आ। बहुत सिंपल जी उन्होंने इत्थे एग्जाम्पल दी हुई, उदाहरण दी हुई आ भी यह गेट, ओह साइकिल, किहड़ी कार, की गल, किस काम। हुण पड़नावी विशेषण की है इत्थे यह गल समझण वाली आ। गुरमुख प्यारिओ यह गल याद रखो, जो पड़नावी विशेषण हुंदा है ना, वो हमेशा नाम वाले शब्द वाले पासे संकेत करदा हुंदा है। हुण इत्थे आ भी यह गेट, गेट शब्द ये नाउन आ गया, नाम शब्द आ गया। गेट शब्द वाले जिहड़ा यह शब्द आ, यह पड़नावी विशेषण है। यह शब्द जिहड़ा गेट वाला संकेत कर रहा भी यह गेट, ओह साइकिल, ओह शब्द पड़नावी विशेषण आ गया। साइकिल, वो साइकिल वाल संकेत कर रहा। किहड़ी कार, कार वाल संकेत कर रहा। किहड़ी शब्द जिहड़ा वा वो प्रश्नवाची पड़नावी विशेषण हो गया। की गल, गल शब्द जिहड़ा वा ये जिहड़ा वा गल वाल संकेत कर रहा। की शब्द जिहड़ा वा वो प्रश्नवाची पड़नावी विशेषण हो गया। किस काम, काम वाले पासे संकेत कर रहे। किस शब्द जिहड़ा वा वो प्रश्नवाची पड़नावी विशेषण हो गया। तो सौखे शब्दां दे विच असीं इह गल समझनी है जी, पड़नावी विशेषण ओह शब्द हुंदे आ जिहड़े नाम वाले पासे नाउन वाले शब्दां वाल इशारा करदे आ, दसदे आ भी ओह यह गेट, ओह साइकिल, ओह कार, जां ओह घर, जां ओह व्यक्ति, जिहड़े संकेत करके दस रहे हैं ना जी, जिहड़े शब्द वो पड़नावी विशेषण होंदे आ। समुची बाणी विचों हेठलियां 22 तुकां 22 तुकां च जदों कै नाल कोई नाम शब्द अंत सिहारी जां अंत दुलावां वाला शब्द आउंदा है तां कै जिहड़ा शब्द आ वो प्रश्न बोधक पड़नावी विशेषण हुंदा है। जे कै नाल कोई संबंधकी शब्द पह, नाल, मह आउंदा होवे, ये शब्द जिहड़े संबंधकी शब्द आ, पह, नाल, मह, ये संबंधकी शब्द आ जी, ये नाल आउंदे होण तां ये पड़नाव हुंदा है। इहनूं थोड़ा होर सौखा समझो भी जदों कै शब्द जिहड़ा कै शब्द आ कक्के उत्ते दुलावां नाल, जदों कै शब्द दे नाल कोई नाउन वाला शब्द आ गया जी, नाउन वाले शब्द दे नाल अंतला अखर जिहड़ा वो दुलावां वाला ते सिहारी वाला हो गया। जिवें आपां पिछे की पढ़ के गए आ, मन शब्द, मार्ग शब्द सिहारी सी, गगे नूं सिहारी, मन नन्ने नूं सिहारी दे नाल सी शब्द, बलिहारा शब्द रारे उत्ते दुलावां दे नाल सी। हाँ जी, मैं एक बार फिर तो रिपीट कर रहा जी। मैसेज आया सी, एक मिनट जी। कै गल पढ़िया जाना चाहिए, कै गल पढ़िया जाना चाहिए जी। लड़के नूं इकट्ठा पढ़ना है जां लड़के पढ़ना है। लड़के, लड़के इनू इकट्ठा उच्चारण करना वा जी, लड़के नूं इकट्ठा उच्चारण करांगे। पिछे किस मैनू मैसेज आया सी जी, मैं उहदे बारे रिपीट कर रहा जी। थोड़ा जिहड़ा चैट विच मैसेज आया सी, पूछे सवाल पूछा गया जी, लड़के जिहड़ा लल्ला रारी नूं सिहारी के शब्द नाल आ गया लड़के, पांचों लड़के मार के, जिहड़ा लड़के शब्द है इनू इकट्ठा उच्चारण करना वा जी। लड़के इनू लड़ के नहीं उच्चारण करना। पांचों लड़के मार कै, मार कै, ये मार कै शब्द जिहड़ा वा ये वक्खो वखरा वा।
ਲੜਕੇ ਸ਼ਬਦ ਕੱਕੇ ਦੇ ਨਾਲ ਹੀ ਆ ਜਿਹੜਾ ਲੜ ਕੇ ਸ਼ਬਦ ਜਿਹੜਾ ਉਹ ਲੜ ਸ਼ਬਦ ਦੇ ਨਾਲ ਅਟੈਚ ਆ ਗਿਆ ਵਾ। ਜਦੋਂ ਅਟੈਚ ਹੀ ਆ ਗਿਆ, ਇਕੱਠਾ ਆ ਗਿਆ, ਤੇ ਉਦੋਂ ਉਚਾਰਨ ਵੀ ਇਕੱਠਾ ਹੀ ਹੋ ਗਿਆ। ਪਾਂਚੋ ਲੜਕੇ ਮਾਰ ਕੇ ਰਹਿ ਰਾਮ ਨੂੰ ਲਾਏ। ਇੱਥੇ ਪਾਂਚੋ ਲੜਕੇ ਮਾਰ ਕੇ ਤੋਂ ਭਾਵ ਆ ਜੀ ਪਾਂਚੋ ਸਾਡੇ ਅੰਦਰ ਦੀ ਗੱਲ ਕੀਤੀ ਗਈ ਹੈ। ਇੱਥੇ ਸਾਡੇ ਜਿਹੜੇ ਵਿਸ਼ੇ ਵਿਕਾਰ ਆ ਜੀ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਵਿਸ਼ੇ ਵਿਕਾਰਾਂ ਦੀ ਗੱਲ ਕੀਤੀ ਗਈ ਆ ਵੀ ਇਹਨਾਂ ਨੂੰ ਜਿਹੜਾ ਵਾ ਮਾਰ ਕੇ ਰਹਿ ਰਾਮ ਲਿਓ ਲਾਏ, ਵੀ ਰਮੇ ਹੋਏ ਪਰਮਾਤਮਾ ਦੇ ਨਾਲ ਜਿਹੜੀ ਆ ਉਹ ਸਾਨੂੰ ਲਿਵ ਜਿਹੜੀ ਆਪਣੀ ਧਿਆਨ ਜਿਹੜਾ ਵਾ ਜੋੜਨਾ ਚਾਹੀਦਾ ਹੈ। ਭਗਤ ਕਬੀਰ ਸਾਹਿਬ ਦੀ ਬਾਣੀ ਦਾ ਸ਼ਬਦ ਆ। ਹੋਰ ਇਹਨੂੰ ਸਮਝਣ ਵਾਸਤੇ ਤੁਸੀਂ ਜਿਹੜਾ ਵਾ ਉਹ ਪ੍ਰੋਫੈਸਰ ਸਾਹਿਬ ਸਿੰਘ ਦਾ ਲਿਖੇ ਹੋਏ ਟੀਕੇ ਦਾ ਵੀ ਸਹਾਰਾ ਲੈ ਸਕਦੇ ਹੋ। ਜਿੱਥੇ ਤੱਕ ਮੈਨੂੰ ਸਮਝ ਆਇਆ ਜੀ, ਪਾਂਚੋ ਲੜਕੇ ਮਾਰ ਕੇ ਤੋਂ ਭਾਵ ਵੀ ਸਾਡੇ ਅੰਦਰ ਜਿਹੜੇ ਆ ਪੰਜ ਵਿਸ਼ੇ ਵਿਕਾਰ ਉਹਨਾਂ ਨੂੰ ਮਾਰਨ ਦੀ ਗੱਲ ਕੀਤੀ ਕਿ ਲੜਕੇ ਤੋਂ ਭਾਵ ਬਾਹਰ ਦੇ ਨਹੀਂ ਹੈ। ਬਾਹਰ ਜਿਹੜਾ ਆਪਾਂ ਲੜਕਾ ਸ਼ਬਦ ਵਰਤ ਲਈਏ ਜਾਂ ਲੜਕੇ ਬਹੁਵਚਨ ਸ਼ਬਦ ਵਰਤ ਲਈਏ, ਉਹਨਾਂ ਦੀ ਗੱਲ ਨਹੀਂ। ਪਾਂਚੋ ਲੜਕੇ ਦੀ ਵੀ ਅੰਦਰ ਦੀ ਗੱਲ ਆ ਜੀ, ਸਾਡੇ ਆਤਮਿਕ ਜੀਵਨ ਦੀ ਗੱਲ। ਸੋ ਖੈਰ, ਇਸ ਤੋਂ ਅੱਗੇ ਆਪਾਂ ਕਰ ਰਹੇ ਸੀ ਜੀ ਵੀ ਜਿਹੜਾ ਇੱਥੇ ਵੀ ਕੈ ਸ਼ਬਦ ਦੇ ਨਾਲ ਜੇ ਕੋਈ ਸੰਬੰਧਕੀ ਸ਼ਬਦ ਲੱਗਿਆ ਹੋਵੇ, ਸੰਬੰਧਕੀ ਸ਼ਬਦ ਲੱਗਿਆ ਹੋਵੇ ਤੇ ਉਹ ਇਕੱਲਾ ਪ੍ਰਨਾਉਨ ਹੁੰਦਾ ਜੀ, ਪ੍ਰਨਾਉਨ ਪੜਨਾਂਵਵਾਚੀ ਹੁੰਦਾ ਹੈ। ਪਰ ਜੇ ਕੈ ਸ਼ਬਦ ਤੋਂ ਅਗਲਾ ਸ਼ਬਦ ਜਿਹੜਾ ਨਾਉਨ ਹੋਵੇ, ਨਾਉਨ ਸ਼ਬਦ ਹੋਵੇ, ਉਹਦਾ ਅੰਤਲਾ ਅੱਖਰ ਜਿਹੜਾ ਦੁਲਾਵਾਂ ਤੇ ਸਿਹਾਰੀ ਨਾਲ ਹੋਵੇ, ਤੇ ਉਹ ਜਿਹੜਾ ਕੈ ਸ਼ਬਦ ਆ ਉੱਥੇ ਜਿਹੜਾ ਵਾ ਪ੍ਰਸ਼ਨ ਬੋਧਕ ਪੜਨਾਵੀ ਵਿਸ਼ੇਸ਼ਣ ਹੁੰਦਾ ਹੈ। ਹੁਣ ਇਹਨੂੰ ਸਮਝਣ ਵਾਸਤੇ ਜਿਹੜਾ ਵਾ ਅੱਗੇ ਜਿਹੜਾ ਵਾ ਉਹ ਉਦਾਹਰਨਾਂ ਦਿੱਤੀਆਂ ਹੋਈਆਂ ਨੇ ਗੁਰਬਾਣੀ ਦੀਆਂ ਪੰਕਤੀਆਂ ਦੀਆਂ। ਇੱਥੇ ਇੱਕ ਹੋਰ ਗੱਲ ਵੀ ਸਮਝਾਈ ਗਈ ਆ ਵੀ ਕੈ ਸ਼ਬਦ ਦੇ ਨਾਲ ਕਈ ਵਾਰ ਜਿਹੜਾ ਵਾ ਕੋਈ ਨਾਮ ਜਾਂ ਸੰਬੰਧਕੀ ਸ਼ਬਦ ਵੀ ਨਾ ਵੀ ਹੋਵੇ ਤਾਂ ਕੈ ਆਪਣੀਆਂ ਦੁਲਾਵਾਂ ਵਿੱਚੋਂ ਸੰਬੰਧਕੀ ਸ਼ਬਦ ਉੱਤੇ, ਨਾਲ, ਰਾਹੀਂ, ਵਿੱਚ ਵਗੈਰਾ ਆਦਿਕ ਲੁਪਤ ਅਰਥ ਕਰਦਾ ਵਾ, ਗੁਪਤ ਤੌਰ ਤੇ ਅਰਥ ਕਰ ਦਿੰਦਾ ਵਾ। ਕਿਉਂਕਿ ਕਈ ਵਾਰ ਆਪਾਂ ਦੇਖਦੇ ਆ ਨਾ ਵੀ ਜਿਹੜੇ ਵੀ ਕਈ ਵਾਰ ਆਪਾਂ ਦੇਖਦੇ ਨਾਉਨ ਵਾਲੇ ਸ਼ਬਦਾਂ ਦੇ ਨਾਲ ਵੀ ਜਿਹੜਾ ਵਾ ਉਹ ਸੰਬੰਧਕੀ ਪਦ ਨਹੀਂ ਹੁੰਦੇ। ਜਿਵੇਂ ਆਪਾਂ ਪਿੱਛੇ ਕੀ ਇੱਕ ਗੁਰਬਾਣੀ ਦੀ ਪੰਕਤੀ ਦਾ ਆਪਾਂ ਪਾਠ ਪੜ੍ਹਿਆ ਸੀ ਵੀ ਜਿਸ ਕੈ ਹੁਕਮ ਇੰਦ ਵਰਸਦਾ ਤਿਸ ਕੈ ਸਦ ਬਲਿਹਾਰੈ ਜਾਊ। ਜਦੋਂ ਆਪਾਂ ਹੁਕਮ ਸ਼ਬਦ ਦਾ ਉਚਾਰਨ ਕੀਤਾ ਸੀ, ਹੁਕਮ ਮੰਮੇ ਨੂੰ ਸਿਹਾਰੀ ਨਾਲ ਸੀ। ਉੱਥੇ ਹੁਕਮ ਜਿਹੜਾ ਸ਼ਬਦ ਆ ਮੰਮੇ ਨੂੰ ਲੱਗੀ ਜਿਹੜੀ ਸਿਹਾਰੀ ਆ, ਇਹ ਜਿਹੜੀ ਆ ਸੰਬੰਧਕੀ ਅਰਥ ਦੇ ਰਹੀ ਆ। ਹੁਕਮ ਵਿੱਚ ਜਿਹੜਾ ਸ਼ਬਦ ਆ ਗਿਆ ਉਹ ਸੰਬੰਧਕੀ ਪਦ ਆ ਗਿਆ ਜੀ। ਉਹਨਾਂ ਦੇ ਕਹਿਣ ਦਾ ਮਤਲਬ ਵੀ ਜਿਹੜੇ ਕੈ ਸ਼ਬਦ ਆ, ਕੈ ਸ਼ਬਦ ਜਿਹੜਾ ਵਾ ਕਈ ਵਾਰ ਜਿਹੜਾ ਵਾ ਉਹ ਆਪਣੇ ਕੱਕੇ ਉੱਪਰ ਲੱਗੀਆਂ ਹੋਈਆਂ ਦੁਲਾਵਾਂ ਦੇ ਵਿੱਚੋਂ ਸੰਬੰਧਕੀ ਸ਼ਬਦ ਦਾ ਜਿਹੜਾ ਵਾ ਉਹ ਅਰਥ ਦੇ ਜਾਂਦਾ ਵਾ ਗੁਰਬਾਣੀ ਦੀ ਪੰਕਤੀ ਦੇ ਵਿੱਚ। ਹੁਣ ਆਪਾਂ ਉਦਾਹਰਣ ਸਰੂਪ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦੇ ਹਾਂ ਜੀ, ਇਹਨੂੰ ਸਮਝੋ ਧਿਆਨ ਨਾਲ। ਏਤੇ ਰਸ ਸ਼ਰੀਰ ਕੇ ਕੈ ਘਟ ਨਾਮ ਨਿਵਾਸ। ਏਤੇ ਰਸ ਸ਼ਰੀਰ ਕੇ ਕੈ ਘਟ ਨਾਮ ਨਿਵਾਸ। ਹੁਣ ਇੱਥੇ ਤੁਸੀਂ ਦੇਖੋ ਵੀ ਜਦੋਂ ਉਹਨਾਂ ਨੇ ਅੱਗੇ ਭਾਵ-ਅਰਥ ਵੀ ਲਿਖੇ ਹੋਏ ਆ, ਅਵਤਾਰ ਸਿੰਘ ਜੀ ਉਹਨਾਂ ਨੇ ਬਹੁਤ ਸੌਖਾ ਸਾਨੂੰ ਸਮਝਾਉਣ ਵਾਸਤੇ ਇਹ ਉਹਨਾਂ ਨੇ ਜਿਹੜੀ ਆ ਚੀਜ਼ ਵਰਤੀ ਹੋਈ ਆ ਵੀ ਜਦੋਂ ਇੰਨੇ ਸਰੀਰਕ ਚਸਕੇ ਸਵਾਦ ਹੋਣ ਫਿਰ ਕਿਸ ਹਿਰਦੇ ਵਿੱਚ ਨਾਮ ਦਾ ਟਿਕਾ ਹੋ ਸਕਦਾ ਹੈ। ਕੈ ਘਟ ਤੋਂ ਭਾਵ ਵੀ ਘਟ ਜਿਹੜਾ ਸ਼ਬਦ ਆ ਉਹ ਘਟ ਦਾ ਅਰਥ ਹੋ ਗਿਆ ਹਿਰਦਾ। ਟੈਂਕੇ ਨੂੰ ਸਿਹਾਰੀ ਲੱਗੀ ਹੋਈ ਆ, ਟੈਂਕੇ ਨੂੰ ਲੱਗੀ ਹੋਈ ਸਿਹਾਰੀ ਇੱਥੇ ਸੰਬੰਧਕੀ ਅਰਥ ਦੇ ਰਹੀ ਆ ਵੀ ਘਟ ਵਿੱਚ ਕੈ ਜਿਹੜਾ ਸ਼ਬਦ ਆ ਉਹ ਪ੍ਰਸ਼ਨਵਾਚੀ ਆ ਗਿਆ ਜੀ। ਜਿਵੇਂ ਪਹਿਲਾਂ ਉਹਨਾਂ ਨੇ ਦੱਸਿਆ ਵਾ ਵੀ ਜਿਹੜਾ ਕੈ ਸ਼ਬਦ ਆ, ਕੈ ਸ਼ਬਦ ਤੋਂ ਅੱਗੇ ਜੇਕਰ ਨਾਉਨ ਵਾਲਾ ਸ਼ਬਦ ਆਵੇ ਤੇ ਜਿਹੜਾ ਕੈ ਸ਼ਬਦ ਆ ਉਹ ਕੀ ਹੈ ਜੀ, ਉਹ ਪ੍ਰਸ਼ਨ ਬੋਧਕ ਜਿਹੜਾ ਵਾ ਪ੍ਰਣਾਮੀ ਵਿਸ਼ੇਸ਼ਣ ਦਾ ਕੰਮ ਉੱਥੇ ਕਰ ਰਿਹਾ ਵਾ। ਹੁਣ ਇੱਥੇ ਤੁਸੀਂ ਦੇਖੋ ਕੈ ਸ਼ਬਦ ਤੋਂ ਅੱਗੇ ਘਟ ਸ਼ਬਦ ਜਿਹੜਾ ਵਾ ਉਹ ਨਾਉਨ ਵਾਲਾ ਸ਼ਬਦ ਆ ਗਿਆ ਵਾ। ਤੋ ਇੱਥੇ ਨਾਉਨ ਵਾਲਾ ਸ਼ਬਦ ਹੋਣ ਕਰਕੇ ਕੈ ਸ਼ਬਦ ਜਿਹੜਾ ਵਾ ਉਹ ਪ੍ਰਸ਼ਨਵਾਚੀ ਜਿਹੜਾ ਵਾ ਪ੍ਰਸ਼ਨ ਬੋਧਕ ਜਿਹੜਾ ਪ੍ਰਣਾਮੀ ਵਿਸ਼ੇਸ਼ਣ ਦੇ ਅਰਥ ਕਰ ਰਿਹਾ ਵਾ। ਕੈ ਘਟ ਵੀ ਕਿਸ ਹਿਰਦੇ ਵਿੱਚ ਜਿਹੜਾ ਵਾ ਨਾਮ ਦਾ ਟਿਕਾ ਹੋ ਸਕਦਾ ਹੈ। ਇਸ ਤੋਂ ਅੱਗੇ ਹੈ ਜੀ, ਬੀਆ ਦਰ ਨਾਹੀ ਕੈ ਦਰ ਜਾਊਂ। ਰੱਬ ਤੋਂ ਬਿਨਾ ਹੋਰ ਆਸਰਾ ਨਹੀਂ ਕਿਸ ਉਸ ਦਰ ਉਤੇ ਜਾਵਾਂ। ਬੀਆ ਦਰ ਨਾਹੀ ਕੈ ਦਰ ਜਾਊਂ। ਰੱਬ ਤੋਂ ਬਿਨਾ ਹੋਰ ਆਸਰਾ ਨਹੀਂ ਕਿਸ ਦਰ ਉੱਤੇ। ਦਰ ਸ਼ਬਦ ਆ ਗਿਆ ਕਿ ਇੱਥੇ ਦਰ ਸ਼ਬਦ ਨਾਉਨ। ਦਰ ਰਾਰੇ ਨੂੰ ਸਿਹਾਰੀ ਲੱਗੀ ਹੋਈ ਆ, ਉਹ ਸੰਬੰਧਕੀ ਅਰਥ ਕਰ ਰਹੀ ਹੈ ਸਿਹਾਰੀ। ਦਰ ਉੱਤੇ ਜਾਂ ਦਰ ਵਿੱਚ, ਠੀਕ ਆ। ਕੈ ਸ਼ਬਦ ਇੱਥੇ ਜਿਹੜਾ ਵਾ ਹੁਣ ਇਹ ਪ੍ਰਸ਼ਨਵਾਚੀ ਆ ਗਿਆ, ਪ੍ਰਸ਼ਨਵਾਚੀ। ਕੈ ਪ੍ਰਸ਼ਨਵਾਚੀ ਪ੍ਰਨਾਉਨ। ਕੈ ਦਰ, ਇਸ ਦਰ ਉੱਤੇ ਜਾਵਾਂ।
ਵੀ ਮੈਂ, ਕਿਉਂਕਿ ਰੱਬ ਤੋਂ ਬਿਨਾਂ ਹੋਰ ਕੋਈ ਮੇਰਾ ਆਸਰਾ ਨਹੀਂ ਆ, ਹੋਰ ਕੋਈ ਮੇਰਾ ਸਹਾਰਾ ਨਹੀਂ ਆ, ਤੇ ਹੁਣ ਮੈਂ ਰੱਬ ਦਾ ਦਰ ਛੱਡ ਕੇ ਜਿਹੜਾ ਵਾ ਉਹ ਕਿਸ ਦਰ ਦੇ ਉੱਤੇ ਜਾਵਾਂ। ਕਹਿ ਦਰ ਜਾऊं, ਇੱਕ ਪਿਰ ਰਾਮੈ ਆਪਣਾ, ਇੱਕ ਪਿਰ ਰਾਮੈ ਆਪਣਾ, ਹਉ ਕਹਿ ਦਰ ਪੁੱਛੋ ਜਾਏ। ਹੁਣ ਕਹਿ ਦਰ, ਇੱਥੇ ਵੀ ਤੁਸੀਂ ਅਗਲੀ ਪੰਕਤੀ 'ਚ ਵੀ ਦਰ ਸ਼ਬਦ ਰਾਰੇ ਨੂੰ ਸਿਹਾਰੀ ਨਾਲ ਆ ਗਿਆ, ਦਰ ਨਾਉਣ ਵਾਲਾ ਸ਼ਬਦ। ਇੱਥੇ ਵੀ ਜਿਹੜਾ ਕਹਿ ਸ਼ਬਦ ਆ ਉਹ ਪ੍ਰਸ਼ਨ ਬੋਧਕ ਆ। ਮੈਂ ਇੱਥੇ ਇਹ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਜਾਵਾਂ, ਤੁਸੀਂ ਜਿਹੜਾ ਆਪਣਾ ਧਿਆਨ ਆ ਫੋਕਸ ਕਰੋ ਕਹਿ ਸ਼ਬਦ ਉੱਤੇ ਜੀ, ਕਹਿ ਸ਼ਬਦ ਉੱਤੇ। ਵੀ ਇੱਥੇ ਹੁਣ ਜਿੰਨੀਆਂ ਵੀ ਆਪਾਂ ਪੰਕਤੀਆਂ ਦੇ ਅਰਥ ਕਰ ਰਹੇ ਆ, ਇਹਨਾਂ ਪੰਕਤੀਆਂ ਦੇ ਵਿੱਚ ਕਹਿ ਸ਼ਬਦ ਜਿਹੜਾ ਉਹ ਪ੍ਰਸ਼ਨਵਾਚੀ ਆ। ਪ੍ਰਸ਼ਨਵਾਚੀ ਕਿਵੇਂ? ਸਾਨੂੰ ਪ੍ਰਸ਼ਨਵਾਚੀ ਪੜਨਾਵੀ ਆ, ਪੜਨਾਵੀ ਵਿਸ਼ੇਸ਼ਣ। ਇਹ ਸਾਨੂੰ ਕਿਵੇਂ ਪਤਾ ਲੱਗ ਗਿਆ ਵੀ ਇੱਥੇ ਪ੍ਰਸ਼ਨਵਾਚੀ ਪੜਨਾਵੀ ਵਿਸ਼ੇਸ਼ਣ ਆ ਕਹਿ ਸ਼ਬਦ? ਇਹ ਸਾਨੂੰ ਇੰਜ ਪਤਾ ਲੱਗ ਰਿਹਾ ਕਿਉਂਕਿ ਕਹਿ ਸ਼ਬਦ ਤੋਂ ਅਗਲਾ ਜਿਹੜਾ ਸ਼ਬਦ ਆ ਉਹ ਨਾਉਣ ਵਾਲਾ ਸ਼ਬਦ ਆ ਗਿਆ ਵਾ। ਨਾਉਣ ਸ਼ਬਦ ਆ ਗਿਆ ਵਾ। ਨਾਉਣ ਸ਼ਬਦ ਹੋਣ ਕਰਕੇ, ਨਾਮ ਸ਼ਬਦ ਹੋਣ ਕਰਕੇ ਸਾਨੂੰ ਇੱਥੇ ਪਤਾ ਲੱਗ ਰਿਹਾ ਵੀ ਕਹਿ ਸ਼ਬਦ ਜਿਹੜਾ ਇੱਥੇ ਪ੍ਰਸ਼ਨਵਾਚੀ ਪੜਨਾਵੀ ਵਿਸ਼ੇਸ਼ਣ ਦੇ ਅਰਥ ਕਰ ਰਿਹਾ ਵਾ। ਇੱਥੇ ਤੁਸੀਂ ਦੇਖੋ, ਇੱਕ ਪਿਰ ਰਾਮੈ ਆਪਣਾ, ਹਉ ਤੋਂ ਭਾਵ ਵੀ ਮੈਂ, ਕਹਿ ਦਰ ਪੁੱਛੋ ਜਾਏ, ਵੀ ਕਿਸ ਦਰ ਉੱਤੇ ਜਾ ਕੇ ਪੁੱਛਾਂ, ਕਿਸ ਦਰ, ਰਾਈਟ। ਇੱਥੇ ਆ ਗਿਆ ਵੀ ਪੜਨਾਵੀ ਵਿਸ਼ੇਸ਼ਣ। ਇਸ ਤੋਂ ਅੱਗੇ ਜੀ, ਕਹਿ ਪਹਿ ਕਰੂੰ ਅਰਦਾਸ ਬੇਨਤੀ, ਜਾਓ ਸੁਣਤੋ ਹੈ ਰਘੁਰਾਇਆ, ਰਘੁਰਾਇਓ। ਹੁਣ ਇੱਥੇ ਕਹਿ ਪਹਿ ਕਰੂੰ ਅਰਦਾਸ ਬੇਨਤੀ, ਵੀ ਮੈਂ ਹੋਰ ਕਿਸ ਕੋਲ ਬੇਨਤੀ ਕਰਾਂ। ਹੁਣ ਜਿਹੜਾ ਪਹਿ ਸ਼ਬਦ ਆ, ਪਹਿ ਸ਼ਬਦ ਜਿਹੜਾ ਆਇਆ ਵਾ ਇਹ ਸੰਬੰਧਕੀ ਨਾਲ ਆ ਗਿਆ ਜੀ। ਜਿਵੇਂ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਵੀ ਕਹਿ ਦੇ ਨਾਲ ਜਿਹੜਾ ਵਾ ਜੇ ਕੋਈ ਸੰਬੰਧਕੀ ਪਦ ਪਹਿ ਨਾਲ ਮਹਿ ਆਉਂਦਾ ਹੈ, ਤੇ ਇਹ ਜਿਹੜਾ ਕਹਿ ਸ਼ਬਦ ਆ ਉੱਥੇ ਫਿਰ ਇਕੱਲਾ ਪ੍ਰਨਾਉਨ ਦਾ, ਪ੍ਰਨਾਮ ਦਾ ਹੀ ਉੱਥੇ ਜਿਹੜਾ ਵਾ ਇਹ ਅਰਥ ਕਰਦਾ ਵਾ। ਉੱਥੇ ਫਿਰ ਇਹ ਪ੍ਰਸ਼ਨਵਾਚੀ ਨਹੀਂ ਰਹਿ ਜਾਂਦਾ, ਮਾਫ ਕਰਨਾ, ਉੱਥੇ ਵਿਸ਼ੇਸ਼ਣ ਨਹੀਂ ਰਹਿ ਜਾਂਦਾ, ਪ੍ਰਣਾਵੀ ਵਿਸ਼ੇਸ਼ਣ ਨਹੀਂ ਰਹਿ ਜਾਂਦਾ। ਉੱਥੇ ਕੇਵਲ ਜਿਹੜਾ ਵਾ ਇਕੱਲਾ ਪ੍ਰਨਾਉਨ ਦਾ, ਇਕੱਲਾ ਪ੍ਰਣਾਮਵਾਚੀ ਸ਼ਬਦ ਦਾ ਹੀ ਉੱਤੇ ਅਰਥ ਕਰੇਗਾ। ਕਹਿ ਪਹਿ ਕਰੂੰ ਅਰਦਾਸ ਬੇਨਤੀ, ਮੈਂ ਹੋਰ ਕਿਸ ਕੋਲ ਅਰਦਾਸ ਬੇਨਤੀ ਕਰਾਂ, ਜਾਓ ਸੁਣ ਤੋਂ ਹੈ ਰਘੁਰਾਇਓ, ਜਦੋਂ ਮਾਲਕ ਆਪ ਹੀ ਬੇਨਤੀ ਸੁਣ ਰਿਹਾ ਹੈ। ਇਸ ਤੋਂ ਅੱਗੇ ਆ ਜੀ, ਕਹੋ ਮੀਤਾ ਹਉ ਕਹਿ ਪਹਿ ਜਾਈ। ਹੁਣ ਇੱਥੇ ਵੀ ਤੁਸੀਂ ਦੇਖੋ, ਕਹਿ ਪਹਿ ਜਾਈ, ਪਹਿ ਜਿਹੜਾ ਸ਼ਬਦ ਆ ਉਹ ਨਾਲ ਸੰਬੰਧਕੀ ਆ ਗਿਆ। ਕਹਿ ਪਹਿ ਜਾਈ, ਕਿਸ ਕੋਲ ਜਾਵਾਂ। ਕਹਿ ਸ਼ਬਦ ਇੱਥੇ ਜਿਹੜਾ ਵਾ ਇਕੱਲਾ ਪ੍ਰਣਾਵੀ ਅਰਥ ਕਰ ਰਿਹਾ ਵਾ, ਇੱਥੇ ਵਿਸ਼ੇਸ਼ਣ ਵਾਲਾ ਅਰਥ ਨਹੀਂ ਕਰ ਰਿਹਾ। ਇੱਥੇ ਇਕੱਲਾ ਜਿਹੜਾ ਵਾ ਪ੍ਰਸ਼ਨਵਾਚੀ ਪ੍ਰਣਾਵੀ ਆ, ਪ੍ਰਣਾਮ, ਇਕੱਲਾ ਪ੍ਰਣਾਮ ਸ਼ਬਦ ਆ ਤੇ ਵਿਸ਼ੇਸ਼ਣ ਨਹੀਂ ਆ। ਕਹਿ ਪਹਿ ਜਾਈ, ਕਿਸ ਕੋਲ ਜਾਵਾਂ। ਕਹੋ ਮੀਤਾ ਹਉ, ਉੱਤਮ ਪੁਰਖ ਫਸਟ ਪਰਸਨ ਦੀ ਆਪਣੀ ਗੱਲ ਹੋਈ ਹੈ। एक दातार सगल है जाचिक, दूसर कह पह जावू। इक्को दाता है, बाकी सारे मंगते ने, फिर मैं किस कोल जावां। इत्थे भी पै शब्द नाल आ गया जी। इस तो अगे देखो जी, दर बीबा मैं नीम को कह करी सलाम, किस नू सलाम करा। दर दूजा मैनू होर कोई नहीं ढो दिंदा भी हे प्रभु मैं किस नू होर किस दूजे नू किस नू सलाम करा, तेरे तो बिना होर कोई दूजा नहीं है। राइट, भी हुण मैं होर किस नू सलाम करा। इत्थे भी कह जिहड़ा शब्द आ, कह करी सलाम, सलाम सलाम ममे पैर औंकड़ दे नाल है जी। कह करी सलाम, किस नू सलाम करा। इत्थे भी प्रश्नवाची पड़नाव आ गया जी। इस तो इलावा जी, आप कराए, क्योंकि मैं बेनती करना, इत्थे जिहड़ा नू शब्द आ, जिवें आपां पिछे पढ़िया सी भी कई जगह उत्ते जिहड़ा कै शब्द आ ਉਹ ਆਪਣੀ ਦੁਲਾਵਾਂ ਦੇ ਵਿੱਚੋਂ ਹੀ ਸੰਬੰਧਕੀ ਜਿਹੜੇ ਪਦ ਦਾ ਜਿਹੜਾ ਵਾ ਉਹ ਅਰਥ ਕਰ ਜਾਂਦਾ ਵਾ। ਇੱਥੇ ਤੁਸੀਂ ਦੇਖੋ, ਕਹਿ ਕਰੀ ਸਲਾਮ, ਕਿਸ ਨੂੰ ਜਿਹੜਾ ਸ਼ਬਦ ਆ ਇਹ ਲੁਪਤ ਗੁਪਤ ਸੰਬੰਧਕੀ ਇੱਥੇ ਨਾਲ ਆ ਗਿਆ ਜੀ। ਦੁਲਾਵਾਂ ਦੇ ਵਿੱਚੋਂ ਹੀ ਹੁਣ ਇਹਦੇ ਅਰਥ ਹੋਣਗੇ, ਕਿਸ ਨੂੰ ਸਲਾਮ ਕਰਾਂ ਮੈਂ। ਆਪ ਕਰਾਏ करे आप, हाँ कैस्यों करी पुकार। कैस्यों, स्यों शब्द आ गया, स्यों जिहड़ा शब्द आ उस संबंधकी आ गया। इत्थे भी जिहड़ा कै शब्द आ वो प्रश्नवाची प्रणावी आ गया जी। प्रश्नवाची प्रनाउन जिहनूं आपां कह लैंदे आ, इत्थे विशेषण नहीं आ कि मैं किस अगे पुकार करां जां किस नाल पुकार करां।
आप कराए करे आप, भी रब सब कुछ आप ही करता है करूंदा है। आप कराए करे आप, हाँ कैस्यों करी पुकार। इस तो अगे जी सब सहियां शह रावण गईयां, हाँ दाधी कह दर जावा, कह दर जावा। इथे है जी प्रनावी विशेषण, प्रश्नवाची प्रनावी विशेषण, क्योंकि दर शब्द आ गया, दर रारे नूं सिहारी लगी हुई है, दर शब्द नाउन आ गया जी। तो इथे जिहड़ा वा एक कै शब्द जिहड़ा वा प्रनावी प्रश्नवाची प्रनावी विशेषण दे अर्थ कर रहा है। जियो डरता है अपना, कैस्यों करी पुकार, कैस्यों से स्यों शब्द जिहड़ा वा संबंधी आ गया जी। इथे कै शब्द जिहड़ा वा इकल्ला प्रश्नवाची प्रनाउन दा ही अर्थ कर रहा वा। से गुण मुझे ना अपनी कह जी दोष करे, भी ਉਹ ਰੱਬੀ ਗੁਣ ਮੇਰੇ ਵਿੱਚ ਨਹੀਂ ਆਏ ਕਿਸ ਨੂੰ ਦੋਸ਼ ਦਈਏ। ਕਹਿ ਜੀ ਕਿਸ ਨੂੰ ਸ਼ਬਦ ਜਿਹੜਾ ਵਾ ਉਸ ਸੰਬੰਧ ਕੀ ਗੁਪਤ ਤੌਰ ਤੇ ਆ ਗਿਆ, ਤੋਂ ਕੱਕੇ ਉੱਤੇ ਲੱਗੀਆਂ ਦੁਲਾਵਾਂ ਵਿੱਚੋਂ ਹੀ ਜਿਹੜਾ ਸੰਬੰਧ ਕੀ ਅਰਥ ਨਿਕਲ ਰਿਹਾ ਵਾ। ਤੋਂ ਇੱਥੇ ਜਿਹੜਾ ਕਹਿ ਸ਼ਬਦ ਆ ਇਹ ਵੀ ਜਿਹੜਾ ਵਾ ਪ੍ਰਸ਼ਨਵਾਚੀ ਪ੍ਰਨਾਉਨ ਆ, ਇੱਥੇ ਵਿਸ਼ੇਸ਼ਣ ਨਹੀਂ ਆ, ਕੱਲਾ ਪ੍ਰਨਾਉਨ ਆ। ਸੋ ਇਸ ਤਰ੍ਹਾਂ ਆਪਾਂ ਦੇਖੀਏ ਜੀ। ਉਸ ਤੋਂ ਅੱਗੇ ਗੁਰਬਾਣੀ ਦੀ ਪੰਕਤੀ ਆ ਗਈ ਜੀ, से गुण मंज न आवनी, हाओ कै जी दोष धरियो जियो। इत्थे भी कै जिहड़ा वा इत्थे भी उस तो अगे जी शब्द दोष धरियो जियो। ओह गुण मेरे अंदर ना आ सके किस उत्ते दोष लावां। कै दे विचों जिहड़ा वा उत्ते उत्ते जिहड़ा वा उस संबंध की अर्थ दे रहा वा। तो इत्थे भी जिहड़ा कै शब्द आ वो प्रश्नवाची प्रनावी अर्थ ही देगा, विशेषण वाले अर्थ नहीं देगा। प्रश्न बोधक किस उत्ते दोष लावा, किस कह जी दोष, दोष दसे पैर विधि नाल दोष धरियो जियो। कौन गुरु कह पह दिखिया लेवा, कह पह दिखिया लेवा, कह पह मुल करावा, करावा वावे नूं कन्ना उपर बिंदी नाल करावा भी मैं करावा। उत्तम पुरख फर्स्ट पर्सन की गल हो रही है जी। कह पह दिखिया लेवा, कह पै दिखिया लेवा, कि हे प्रभु कौन गुरु है, किस कोल तेरी सिक्ख्या लवा, किस पासों तेरा मुल पवावा। कह पह दिखिया लेवा, कह पह मुल करावा। इते पह शब्द जिहड़ा वा, पह शब्द इह संबंध की आ गया। संबंध की पद आउण दे नाल जिहड़ा कह शब्द आ इथे अर्थ कर रहा वा प्रश्नवाची ओनली प्रनाउन दा, ओनली प्रनाम दा। तू ब्राह्मण में कासिक जुल्हा, मोहे तोहे बराबरी कैसे कह बने। हुण इत्थे तुसीं देखो भी हे पंडित तू उच्ची जात दा है, मैं बनारस दा गरीब जुलाहा, मेरी तेरी बराबरी किवें ते किस तरह बने। इत्थे भी जिहड़ा कै शब्द आ भी कैसे किवें ते किस तरह बने, कै बने किस तरह बने। इत्थे जिहड़ा कै शब्द आ वो प्रश्नवाची प्रनावी प्रनाउन दा अर्थ कर रहा वा जी। जी की कह पह बात कहा, पह शब्द आ गया इत्थे संबंध की आ गया नाल, ते ਇਹ ਵੀ ਜਿਹੜਾ ਵਾ ਕਹਿ ਸ਼ਬਦ ਜਿਹੜਾ ਵਾ ਉਹ ਪ੍ਰਸ਼ਨਵਾਚੀ ਪ੍ਰਨਾਉਨ ਦੀ ਗੱਲ ਕਰ ਰਿਹਾ। ਅੱਗੇ ਜੀ ਕਹਿ ਦੁਖੜੈ ਸੜਿਓਏ ਕਾਲੀ ਹੋਈਆ ਦੇਹੁਰੀ, ਨਾਨਕ ਮੈਂ ਤਨ ਭੰਗ। ਇੱਥੇ ਵੀ ਕਿਸ ਦੋਸ਼ ਵਿੱਚ, ਕਿਸ ਦੋਸ਼ ਵਿੱਚ ਇਹ ਜਿਹੜਾ ਕਹਿ ਸ਼ਬਦ ਦਾ ਕਹਿ ਦੁਖੜੈ, ਦੁਖੜੈ ਜਿਹੜਾ ਸ਼ਬਦ ਆ ਤੁਸੀਂ ਦੇਖੋ ਦੁਖੜੈ ਇਹ ਨਾਉਨ ਸ਼ਬਦ ਆ ਗਿਆ ਜੀ। ਦੁਖੜੈ ਰਾੜੇ ਦੇ ਉੱਤੇ ਦੁਲਾਵਾਂ ਦੇ ਨਾਲ, ਕਿਸ ਦੋਸ਼ ਕਰਕੇ ਜਾਂ ਕਿਸ ਦੋਸ਼ ਵਿੱਚ ਸੜ ਰਿਹਾ ਹੈ, ਦੁਖੜੈ। ਤੋ ਇੱਥੇ ਜਿਹੜਾ ਵਾ ਪੜਨਾਵੀ ਜਿਹੜਾ ਵਾ ਪ੍ਰਸ਼ਨਵਾਚੀ ਪੜਨਾਵੀ ਵਿਸ਼ੇਸ਼ਣ ਜਿਹੜਾ ਵਾ ਇੱਥੇ ਇਹ ਜਿਹੜਾ ਵਾ ਕਹਿ ਸ਼ਬਦ ਅਰਥ ਕਰ ਰਿਹਾ ਜੀ। ਕਹਿ ਦੁਖੜੈ, ਦੁਖੜੇ ਵਾਲੇ ਪਾਸੇ ਸੰਕੇਤ ਹੋ ਰਿਹਾ ਵੀ ਕਹਿ ਦੁਖੜੈ ਸੜੇ ਹੋਏ, ਵੀ ਕਿਸ ਦੋਸ਼ ਵਿੱਚ ਜਿਹੜਾ ਵਾ ਤੂੰ ਸੜ ਰਿਹਾ ਹੈ। ਕਾਲੀ ਹੋਈਆ ਦੇਹੁਰੀ, ਜਿਹੜੀ ਦੇਹ ਆ ਉਹ ਕਾਲੀ ਹੋ ਗਈ ਆ। ਇਹ ਨਾਨਕ ਇਹ ਭਾਈ ਮੇਰੇ ਸਰੀਰ ਵਿੱਚ ਘਾਟ ਹੈ, ਮੈਂ ਤਨ ਭੰਗ। ਉੱਤੇ ਜਵਾਬ ਆ ਰਿਹਾ ਵੀ ਮੇਰੇ ਸਰੀਰ ਵਿੱਚ ਘਾਟ ਆ। ਅਜ਼ਰਾਇਲ ਅਜ਼ਰਾਇਲ ਫਰਿਸ਼ਤਾ ਕਹਿ ਘਰ ਨਾਠੀ ਅੱਜ। ਕਹਿ ਘਰ, ਘਰ ਸ਼ਬਦ ਆ ਗਿਆ ਜੀ। ਘਰ ਸ਼ਬਦ ਨਾਉਨ ਆ ਗਿਆ। ਘਰ ਸ਼ਬਦ ਨਾਉਨ ਆਉਣ ਦੇ ਨਾਲ ਘਰ ਰਾਰੇ ਨੂੰ ਸਿਹਾਰੀ ਆ ਗਈ ਜੀ। ਘਰ ਸ਼ਬਦ ਨਾਉਨ ਆਉਣ ਦੇ ਨਾਲ ਕੀ ਹੋ ਗਿਆ ਜੀ, ਕਹਿ ਜਿਹੜਾ ਸ਼ਬਦ ਆ ਇਹ ਪ੍ਰਸ਼ਨਵਾਚੀ ਪ੍ਰਨਾਵੀ ਵਿਸ਼ੇਸ਼ਣ ਦਾ ਇੱਥੇ ਅਰਥ ਕਰ ਰਿਹਾ ਜੀ। ਤੋਂ
ਮੋਟੇ ਤੌਰ ਉੱਤੇ ਮੈਂ ਬੇਨਤੀ ਕਰਾਂ ਜੀ, ਇਹਨੂੰ ਥੋੜਾ ਸੁਣੋ ਧਿਆਨ ਨਾਲ। ਮੋਟੇ ਤੌਰ ਉੱਤੇ ਹੁਣ ਜਿੰਨੇ ਪ੍ਰਮਾਣ ਅਸੀਂ ਪੜ੍ਹੇ ਆ ਜੀ, ਇਹਨਾਂ ਸਾਰੇ ਪ੍ਰਮਾਣਾਂ ਦੇ ਵਿੱਚ ਜਿਹੜਾ ਹੈ, ਇੱਕ ਗੱਲ ਮੋਟੇ ਤੌਰ ਉੱਤੇ ਸਮਝਣ ਵਾਲੀ ਇਹੀ ਆ ਜੀ, ਜਦੋਂ ਕੈ ਸ਼ਬਦ ਤੋਂ ਅੱਗੇ ਨਾਉਨ ਵਾਲਾ ਸ਼ਬਦ ਆ ਜਾਏਗਾ, ਜਿਸ ਦਾ ਅਖੀਰਲਾ ਅੱਖਰ ਸਿਹਾਰੀ ਜਾਂ ਫਿਰ ਦੁਲਾਵਾਂ ਦੇ ਨਾਲ ਹੋਏਗਾ, ਉਸ ਸਮੇਂ ਕੈ ਸ਼ਬਦ ਜਿਹੜਾ ਵਾ ਉਹ ਪ੍ਰਸ਼ਨ ਬੋਧਕ ਪੜਨਾਵੀ ਵਿਸ਼ੇਸ਼ਣ ਦੇ ਅਰਥ ਕਰੇਗਾ। ਪਰ ਜੇਕਰ ਕੈ ਸ਼ਬਦ ਤੋਂ ਅੱਗੇ ਸੰਬੰਧਕੀ ਪਦ ਆ ਗਿਆ, ਕੋਈ ਪੈ ਸ਼ਬਦ ਸੰਬੰਧਕੀ ਆ ਗਿਆ, ਜਾਂ ਫਿਰ ਮਹਿ ਸ਼ਬਦ ਸੰਬੰਧਕੀ ਆ ਗਿਆ, ਜਾਂ ਫਿਰ ਕੋਈ ਨਾਲ ਸ਼ਬਦ ਸੰਬੰਧਕੀ ਆ ਗਿਆ, ਜਾਂ ਫਿਰ ਕੋਈ ਗੁਪਤ ਤੌਰ ਦੇ ਉੱਤੇ ਕੈ ਸ਼ਬਦ ਦੇ ਨਾਲ ਕੋਈ ਗੁਪਤ ਤੌਰ ਤੇ ਵੀ ਸੰਬੰਧਕੀ ਆ ਗਿਆ, ਪਦ ਜਾਂ ਸੰਬੰਧਕੀ ਸ਼ਬਦ ਆ ਗਿਆ, ਤੇ ਉੱਥੇ ਉਸ ਪੰਕਤੀ ਵਿੱਚ ਫਿਰ ਜਿਹੜਾ ਕੈ ਸ਼ਬਦ ਆ ਉਹ ਇਕੱਲਾ ਪ੍ਰਸ਼ਨ ਬੋਧੀ ਪ੍ਰਨਾਉਨ ਦਾ ਅਰਥ ਕਰੇਗਾ, ਪ੍ਰਨਾਉਨ ਤੋਂ ਬਾਅਦ ਪ੍ਰਨਾਮ ਦਾ ਅਰਥ ਕਰੇਗਾ, ਉੱਥੇ ਉਹ ਵਿਸ਼ੇਸ਼ਣ ਦਾ ਅਰਥ ਨਹੀਂ ਕਰੇਗਾ। ਪ੍ਰਨਾਵੀ ਵਿਸ਼ੇਸ਼ਣ ਇੱਕ ਵਾਰ ਫਿਰ ਤੋਂ ਰਿਪੀਟ ਕਰਾਂ ਜੀ, ਉਹ ਸ਼ਬਦ ਹੁੰਦੇ ਆ ਜਿਹੜੇ ਸ਼ਬਦ ਨਾਉਨ ਵਾਲੇ ਪਾਸੇ ਜਿਹੜਾ ਵਾ ਉਹ ਸੰਕੇਤ ਕਰਦੇ, ਨਾਉਨ ਵਾਲੇ ਸ਼ਬਦਾਂ ਵਾਲੇ ਸੰਕੇਤ ਕਰਦੇ ਆ, ਜਿਵੇਂ ਇਹ ਗੇਟ, ਉਹ ਸਾਈਕਲ, ਉਹ ਘਰ, ਉਹ ਕਾਰ, ਉਹ ਸ਼ਬਦ, ਇਹ ਸ਼ਬਦ ਜਿਹੜਾ ਵਾ ਇਹ ਪ੍ਰਣਾਲੀ ਵਿਸ਼ੇਸ਼ਣ ਹੋ ਗਏ ਆ। ਤੋਂ ਮੈਂ ਉਮੀਦ ਕਰਦਾ ਵੀ ਆਪ ਜੀ ਨੂੰ ਜਿਹੜੀ ਆ ਉਹ ਵਿਚਾਰ ਜ਼ਰੂਰ ਸਮਝ ਆ ਰਹੀ ਹੋਵੇਗੀ। ਇਸ ਤੋਂ ਅੱਗੇ ਜਿਹੜਾ ਵਾ ਆਪਾਂ ਦੂਜਾ ਭਾਗ ਜਿਹੜਾ ਵਾ ਉਹ ਵੀ ਕਰ ਲੈਂਦੇ ਆ ਜੀ, ਤੇ ਵਿਸ਼ਵਾਸ ਸਮਾਪਤੀ ਕਰ ਦੇਵਾਂਗੇ ਜੀ। ਦੂਸਰਾ ਭਾਗ ਆ ਜੀ ਯੋਜਕ ਵਾਲਾ। ਪਿਛਲੀ ਵਿਚਾਰ ਵਿੱਚ ਵੀ ਮੈਂ ਆਪ ਜੀ ਦੇ ਨਾਲ ਇਹ ਬੇਨਤੀ ਸਾਂਝੀ ਕੀਤੀ ਸੀ, ਜਿਹੜੀ ਪਹਿਲਾਂ ਆਪਾਂ ਪਿਛਲੇ ਐਤਵਾਰ ਆਪਾਂ ਗੁਰਮਤਿ ਕਲਾਸ ਲਾਈ ਸੀ ਵਿਆਕਰਨ ਦੀ, ਉੱਥੇ ਵੀ ਇਹ ਗੱਲ ਸਾਂਝੀ ਕੀਤੀ ਸੀ ਵੀ ਜਿਹੜਾ ਕੈ ਸ਼ਬਦ ਆ ਕਈ ਜਗ੍ਹਾ ਦੇ ਉੱਤੇ ਜਿਹੜਾ ਵਾ ਉਹ ਯੋਜਕ ਸ਼ਬਦਾਂ ਦਾ ਵੀ ਅਰਥ ਕਰਦਾ ਵਾ, ਯੋਜਕ ਦੇ ਰੂਪ ਵਿੱਚ ਵੀ ਅਰਥ ਕਰਦਾ ਵਾ। ਯੋਜਕ ਆਪਾਂ ਉਹਨਾਂ ਸ਼ਬਦਾਂ ਨੂੰ ਕਹਿੰਦੇ ਆ ਜੀ, ਤੁਸੀਂ ਪੜ੍ਹ ਸਕਦੇ ਹੋ ਵੀ ਦੋ ਸ਼ਬਦਾਂ ਜਾਂ ਦੋ ਵਾਕਾਂ ਨੂੰ ਜੋੜਨ ਵਾਲੇ ਸ਼ਬਦ ਨੂੰ ਯੋਜਕ ਆਖਦੇ ਆ। ਯੋਜਕ ਇੰਗਲਿਸ਼ ਵਿੱਚ ਵੀ ਉਹਨੂੰ ਕੰਜੰਕਸ਼ਨ ਆਪਾਂ ਕਹਿ ਲੈਂਦੇ ਵੀ, ਜਿਹੜੇ ਦੋ ਵਾਕਾਂ ਨੂੰ, ਦੋ ਸ਼ਬਦਾਂ ਨੂੰ ਆਪਸ ਚ ਜੋੜ ਦਿੱਤਾ, ਤੋ ਇਹ ਆ ਜੀ ਯੋਜਕ, ਹਨਾ ਜੀ। ਤੋਂ ਮੈਂ 2 ਮਿੰਟ ਰਹਿ ਗਏ ਜੀ, ਮੈਨੂੰ ਮੈਸੇਜ ਵੈਸੇ ਆ ਚੁੱਕਾ ਵਾ ਵੀ ਸਮਾਪਤੀ ਕਰ ਦਿੱਤੀ ਜਾਵੇ। ਅੱਛਾ ਜੀ, ਗੁਰਦੇਵ ਸਿੰਘ ਜੰਮੂ ਸਰਕਲ ਵੱਲੋਂ ਜੀ ਉਹ ਫਤਿਹ ਬੁਲਾ ਰਹੇ ਆ। ਤੋਂ ਖੈਰ ਆਪਾਂ ਬਸ 2 ਮਿੰਟ ਦੇ ਵਿੱਚ ਆਪਾਂ ਇਹਦੀ ਇਹ ਕਰਕੇ ਸਮਾਪਤੀ ਕਰਦੇ ਆ ਜੀ ਕਲਾਸ ਦੀ। ਤੋਂ ਯੋਜਕ ਦਾ ਸਮਝ ਆ ਗਿਆ ਜੀ। ਯੋਜਕ ਸ਼ਬਦ ਆਪਾਂ ਉਹਨਾਂ ਨੂੰ ਕਹਿੰਦੇ ਆ ਜੀ ਜਿਹੜੇ ਦੋ ਵਾਕਾਂ ਨੂੰ ਜਾਂ ਦੋ ਸ਼ਬਦਾਂ ਨੂੰ ਆਪਸ ਵਿੱਚ ਕਨੈਕਟ ਕਰਦੇ ਆ, ਜੋੜਦੇ ਆ, ਉਹਨਾਂ ਨੂੰ ਆਪਾਂ ਯੋਜਕ ਕਹਿੰਦੇ ਆ। ਜਿਵੇਂ ਗੁਰਮੁਖ ਸਿੰਘ ਅਤੇ ਕਰਤਾਰ ਸਿੰਘ, ਅਤੇ ਜਿਹੜਾ ਸ਼ਬਦ ਆ ਇੱਥੇ ਆ ਯੋਜਕ। ਨੌਕਰ ਨੂੰ ਖੇਤ ਭੇਜੋ, ਇਹਨਾਂ ਮਾਲਕ ਨੇ ਕਿਹਾ ਕਿ ਨੌਕਰ ਨੂੰ ਖੇਤ ਭੇਜੋ। ਇਹਨਾਂ ਵਾਕਾਂ ਵਿੱਚ ਜਿਹੜਾ ਵਾ ਅਤੇ ਚਾ ਅਤੇ ਕੇ ਜਿਹੜਾ ਵਾ ਉਹ ਯੋਜਕ ਨੇ। ਮਾਲਕ ਨੇ ਕਿਹਾ ਕਿ ਨੌਕਰ ਨੂੰ ਖੇਤ ਭੇਜੋ, ਕਿ ਕੱਕੇ ਨੂੰ ਸਿਹਾਰੀ ਦੇ ਨਾਲ ਆ ਗਿਆ। ਮਾਲਕ ਨੇ ਕਿਹਾ ਕਿ ਮਾਫ ਕਰਨੀ ਕਿ ਨੌਕਰ ਨੂੰ ਖੇਤ ਭੇਜੋ। ਮਾਲਕ ਨੇ ਕਿਹਾ, ਜਿਹੜਾ ਕੱਕੇ ਨੂੰ ਸਿਹਾਰੀ ਆ ਗਿਆ ਜੀ ਉਹ ਕੀ ਆ ਵੀ ਉਹ ਯੋਜਕ ਆ, ਅਤੇ ਦੋ ਸ਼ਬਦਾਂ ਨੂੰ ਜੋੜਦਾ, ਜਦ ਕਿ ਦੋ ਵਾਕਾਂ ਨੂੰ ਜੋੜਦਾ ਹੈ। ਗੁਰਬਾਣੀ ਵਿੱਚ ਯੋਜਕ ਜਿਹੜੇ ਸ਼ਬਦ ਆ ਉਹ ਇੰਝ ਆਏ ਆ ਜੀ, ਅਤੈ, ਜਿਉ, ਤਿਉ, ਜਾਂ, ਤਾਂ, ਕੈ, ਜੇ, ਕੇ, ਅਤ। ਮੈਂ ਇੱਥੇ ਬੇਨਤੀ ਕਰਨਾ ਚਾਹਾਂਗਾ ਵੀ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਜੀ। ਗੁਰਬਾਣੀ ਵਿੱਚ ਜਿਹੜਾ ਅਤੈ ਸ਼ਬਦ ਆ ਉਹ ਤੱਤੇ ਉਤੇ ਦੁਲਾਵਾਂ ਦੇ ਨਾਲ ਆ, ਪਰ ਜਿਹੜੀ ਅਸੀਂ ਆਪਣੀ ਪੰਜਾਬੀ ਭਾਸ਼ਾ ਬੋਲਦੇ ਆ ਜੀ, ਪੰਜਾਬੀ ਭਾਸ਼ਾ, ਉਹਦੇ ਵਿੱਚ ਅਸੀਂ ਅਤੈ ਸ਼ਬਦ ਤੱਤੇ ਉਤੇ ਦੁਲਾਵਾਂ ਨਾਲ ਨਹੀਂ ਬੋਲਦੇ। ਆਪਾਂ ਅਤੈ ਸ਼ਬਦ ਜਿਹੜਾ ਵਾ ਉਹ ਤੱਤੇ ਤੇ ਇੱਕ ਨਾਲ ਬੋਲਦੇ ਆ, ਅਤੇ ਉੱਚ ਬੋਲਦੇ ਆ, ਆਪਾਂ ਅਤੈ ਨਹੀਂ ਬੋਲਦੇ। ਪਰ ਗੁਰਬਾਣੀ ਦੇ ਵਿੱਚ ਅਸੀਂ ਜਿਹੜਾ ਵਾ ਸ਼ਬਦ ਤੱਤੇ ਉਤੇ ਦੁਲਾਵਾਂ ਨਾਲ ਪੜਾਂਗੇ ਅਤੈ। ਹੁਣ ਇੱਥੇ ਗੱਲ ਚਾਰੀ ਕੈ ਸ਼ਬਦ ਯੋਜਕ ਦੇ ਰੂਪ ਵਿੱਚ। ਗੁਰਬਾਣੀ ਦੀਆਂ ਪੰਕਤੀਆਂ ਤੁਸੀਂ ਦੇਖੋ ਜੀ, ਸੋਇਨੇ ਕੈ ਪਰਬਤ ਗੁਫਾ ਕਰੀ, ਕੈ ਪਾਣੀ ਪਿਆਲ। ਸੋਨੇ ਦੇ ਪਰਬਤ ਵਿੱਚ ਗੁਫਾ ਕਰਾਂ ਜਾਂ ਹੇਠਾਂ ਪਾਤਾਲ ਵਿੱਚ। ਹੁਣ ਇੱਥੇ ਜਿਹੜਾ ਵਾ ਕੈ ਸ਼ਬਦ ਪਹਿਲੇ ਸ਼ਬਦਾਂ ਵਿੱਚ ਕੈ, ਸੋਇਨੇ ਕੈ ਪਰਬਤ, ਉੱਥੇ ਕੈ ਸ਼ਬਦ ਜਿਹੜਾ ਵਾ ਉਹ ਦੇ ਸੰਬੰਧਕੀ ਦਾ ਅਰਥ ਕਰ ਰਿਹਾ ਵਾ। ਪਰ ਜਦੋਂ ਅਸੀਂ ਕੈ ਪਾਣੀ ਪਿਆਲ, ਕੈ ਸ਼ਬਦ ਪਾਣੀ ਸ਼ਬਦ ਤੋਂ ਪਹਿਲਾਂ ਕੈ ਸ਼ਬਦ ਅਸੀਂ ਪੜ੍ਹਿਆ ਵਾ, ਇੱਥੇ ਜਿਹੜਾ ਵਾ ਕੈ ਸ਼ਬਦ ਜਿਹੜਾ ਵਾ ਇਹ ਯੋਜਕ ਦਾ ਕੰਮ ਕਰ ਰਿਹਾ ਵਾ, ਦੋ ਸ਼ਬਦਾਂ ਨੂੰ ਕਨੈਕਟ ਕਰ ਰਿਹਾ, ਜੋੜ ਰਿਹਾ ਵਾ। ਸੋਇਨੇ ਕੈ ਪਰਬਤ ਗੁਫਾ ਕਰੀ ਇੱਕ ਇਹ ਸ਼ਬਦ ਹੋ ਗਿਆ, ਪਾਣੀ ਪਿਆਲ ਇੱਕ ਇਹ ਸ਼ਬਦ ਹੋਇਆ। ਇਹਨਾਂ ਦੋਨਾਂ ਪੰਕਤੀਆਂ ਨੂੰ ਜਾਂ ਦੋਨਾਂ ਵਾਕਾਂ ਜਾਂ ਦੋਨਾਂ ਸ਼ਬਦਾਂ ਨੂੰ ਆਪਸ ਚ ਕੈ ਸ਼ਬਦ ਨੇ ਕਨੈਕਟ ਕਰ ਦਿੱਤਾ ਵਾ, ਜੋੜ ਦਿੱਤਾ ਵਾ। ਤੋਂ ਇੱਥੇ ਜਿਹੜਾ ਕੈ ਸ਼ਬਦ ਆ
ਇਹ ਜੋਜਕ ਦਾ ਅਰਥ ਕਰ ਰਿਹਾ ਵਾ, ਜਾਂ ਦਾ ਅਰਥ ਕਰ ਰਿਹਾ ਵਾ। ਜਾਂ ਹੇਠਾਂ ਪਤਾਲ ਵਿੱਚ, ਜਾਂ ਫਿਰ ਸੋਨੇ ਦੇ ਪਰਬਤ ਵਿੱਚ, ਗੁਫਾ ਦੇ ਵਿੱਚ ਜਾ ਕੇ ਬੈਠ ਜਾਵਾਂ। ਕਹਿ ਧਰਤੀ ਕਹਿ ਆਕਾਸ਼ੀ, ਉਰਦ ਰਹਾ ਸਿਰ ਭਾਰ। ਭਾਵ ਜਾਂ ਧਰਤੀ ਵਿੱਚ, ਜਾਂ ਆਕਾਸ਼ ਵਿੱਚ, ਜਾਂ ਉਲਟਾ ਹੋ ਕੇ ਸਿਰ ਭਰ ਰਹਾ। ਇੱਥੇ ਜਿਹੜਾ ਵਾ 2 ਵਾਰੀ ਕੈ ਸ਼ਬਦ ਆਇਆ ਵਾ, ਤੇ ਇੱਥੇ ਦੋਹਾਂ ਵਾਰੀ ਜਿਹੜਾ ਕੈ ਸ਼ਬਦ ਆ ਉਹ ਜਾਂ ਸ਼ਬਦ ਵਿੱਚ ਅਰਥ ਕਰ ਰਿਹਾ। ਜਾਂ ਤੋਂ ਭਾਵ ਆ ਜੀ ਜੋਜਕ ਵਾਲੇ ਸ਼ਬਦ ਦੇ ਵਿੱਚ ਅਰਥ ਕਰ ਰਿਹਾ। ਰਾਤ ਦਿਹੈ ਕੈ ਵਾਰ ਧੁਰੋਂ ਫਰਮਾਇਆ। ਇੱਥੇ ਰਾਤ ਦਿਹੈ ਤੋਂ ਭਾਵ ਵੀ ਦਿਨ ਰਾਤ, ਕੈ ਵਾਰ, ਇੱਥੇ ਵੀ ਕੈ ਵਾਰ, ਕੈ ਜਿਹੜਾ ਸ਼ਬਦ ਹੈ ਇੱਥੇ ਵੀ ਜੋਜਕ ਦਾ ਕੰਮ ਜਾਂ ਦਾ ਅਰਥ ਕਰ ਰਿਹਾ ਵੀ ਜਾਂ ਰਾਤ ਹੋਵੇ ਜਾਂ ਫਿਰ ਦਿਨ ਹੋਵੇ। ਧੁਰੋਂ ਫਰਮਾਇਆ ਵੀ ਰੱਬ ਦੀ ਜਿਹੜੀ ਸਿਫਤ ਕਰਨੀ ਹੈ, ਇਹ ਧੁਰੋਂ ਰੱਬ ਜੀ ਦਾ ਹੁਕਮ ਆ। ਰਾਤ ਦਿਹੈ ਕੈ ਵਾਰ, ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ, ਜਿਹੜਾ ਵਾ ਚਾਹੇ ਕੋਈ ਵੀ ਵਾਰ ਹੋਵੇ, ਰੱਬੀ ਹੁਕਮ ਆ ਵੀ ਸਾਨੂੰ ਰੱਬ ਦੀ ਸਿਫਤ ਸਲਾਹ ਕਰਨੀ ਚਾਹੀਦੀ ਆ। ਕਹਿ ਬੰਧੈ ਕਹਿ ਡਾਨ ਲੈ, ਕਹਿ ਨਰਪਤ ਮਰ ਜਾਇਆ। ਇਹਨਾਂ ਪੰਕਤੀਆਂ ਵਿੱਚ ਵੀ ਜਿਹੜਾ ਕਹਿ ਸ਼ਬਦ ਆ ਤੁਸੀਂ ਦੇਖੋ ਵੀ ਉਹ ਜੋਜਕ ਵਾਲੇ ਸ਼ਬਦ ਦਾ ਅਰਥ ਕਰ ਰਿਹਾ ਜਾਂ ਦਾ। ਕਹਿ ਬੰਧੈ ਵੀ ਰਾਜਾ ਆਪਣੇ ਨੌਕਰ ਨੂੰ ਭਾਵੇਂ ਬੰਨ ਲਵੇ ਜਾਂ ਸਜ਼ਾ ਦੇਵੇ ਜਾਂ ਰਾਜਾ ਹੀ ਮਰ ਜਾਵੇ, ਜਿਸ ਕਾਰਨ ਉਸਦੀ ਨੌਕਰੀ ਚਲੀ ਜਾਵੇ, ਜਾਂ ਦੁੱਖ ਜਿਹੜਾ ਵਾ ਉਹ ਨੌਕਰ ਨੂੰ ਹੀ ਹੋਣਾ ਹੈ। ਤੋ ਇੱਥੇ ਜਿਹੜਾ ਕਹਿ ਸ਼ਬਦ ਆ ਉਹ ਜਿਹੜਾ ਵਾ ਜਾਂ ਦਾ ਅਰਥ ਕਰ ਰਿਹਾ। ਜਾਂ ਦਾ ਅਰਥ ਤੋਂ ਮਤਲਬ ਆ ਵੀ ਕਹਿ ਸ਼ਬਦ ਜਿਹੜਾ ਜੋਜਕ ਦਾ ਕੰਮ ਕਰ ਰਿਹਾ। ਬੰਧੈ ਸ਼ਬਦ ਡਾਨ ਲੈ ਅਤੇ ਨਰਪਤ ਮਰ ਜਾਇਆ, ਇਹਨਾਂ ਤਿੰਨਾਂ ਵਾਕਾਂ ਨੂੰ ਤੁਸੀਂ ਦੇਖੋ ਵੀ ਕਹਿ ਸ਼ਬਦ ਨੇ ਆਪਸ ਵਿੱਚ ਕਨੈਕਟ ਕਰ ਦਿੱਤਾ, ਜੋੜ ਦਿੱਤਾ। ਕਹਿ ਬੰਧੈ ਕਹਿ ਡਾਨ ਲੈ ਕਹਿ ਨਰਪਤ ਮਰ ਜਾਇਆ, ਤਿੰਨਾਂ ਵਾਕਾਂ ਨੂੰ ਆਪਸ ਵਿੱਚ ਜੋੜ ਦਿੱਤਾ ਵਾ ਜੀ, ਕਨੈਕਟ ਕਰ ਦਿੱਤਾ ਵਾ ਕਹਿ ਸ਼ਬਦ ਨੇ, ਜੋਜਕ ਦਾ ਕੰਮ ਕੀਤਾ ਵਾ। ਤਾਂ ਇੱਥੇ ਅਰਥ ਬਣੇਗਾ ਜਾਂ। ਰਾਮ ਵੱਡਾ ਕਹਿ ਰਾਮੇ ਜਾਣੇ ਆ, ਇੱਥੇ ਵੀ ਤੁਸੀਂ ਦੇਖੋ ਰਾਮੇ ਜਾਣੇ ਆ, ਰਾਮ ਵੱਡਾ, ਇਹ 2 ਵਾਕ ਸੀ, ਇਹਨਾਂ ਨੂੰ ਦੋਨਾਂ ਨੂੰ ਆਪਸ ਵਿੱਚ ਕਨੈਕਟ ਕਰ ਦਿੱਤਾ, ਜੋੜ ਦਿੱਤਾ ਵਾ, ਦੋਨਾਂ ਨੂੰ ਜੋੜ ਦਿੱਤਾ। ਤੋਂ ਇੱਥੇ ਕਹਿ ਸ਼ਬਦ ਜਿਹੜਾ ਵਾ ਜਾਂ ਦਾ ਅਰਥ ਕਰੇਗਾ ਜੋਜਕ ਦਾ। ਭਾਵੇਂ ਜੀਵੂ ਕਹਿ ਮਰੂ, ਦੂਰੋਂ ਹੀ ਭੱਜ ਜਾਹੇ। ਭਾਵੇਂ ਜੀਵੂ ਕਹਿ ਮਰੂ, ਇੱਥੇ ਵੀ ਮਰੂ ਜਿਹੜਾ ਸ਼ਬਦ ਆ ਵੀ ਮੈਂ ਮਰ ਜਾਵਾਂ, ਜੀਵੂ ਜਿਹੜਾ ਸ਼ਬਦ ਆ ਵੀ ਮੈਂ ਜਿਉਂਦਾ ਰਵਾਂ। ਇੱਥੇ ਭਾਵੇਂ ਜੀਵੂ ਅਤੇ ਮਰੂ ਜਿਹੜਾ ਸ਼ਬਦ ਆ, ਇਹਨਾਂ ਦੋਹਾਂ ਸ਼ਬਦਾਂ ਨੂੰ ਕਹਿ ਸ਼ਬਦ ਨੇ ਤੁਸੀਂ ਦੇਖੋ ਕਨੈਕਟ ਕਰ ਦਿੱਤਾ, ਜੋੜ ਦਿੱਤਾ ਵਾ। ਤੋਂ ਇੱਥੇ ਜਿਹੜਾ ਕਹਿ ਸ਼ਬਦ ਆ ਜੋਜਕ ਦਾ ਅਰਥ ਕਰ ਰਿਹਾ ਜਾਂ ਦਾ। ਉਸ ਤੋਂ ਅੱਗੇ ਹੈ ਜੀ ਗੁਰਬਾਣੀ ਦੀ ਪੰਕਤੀ, ਕਈ ਵਾਰ ਆਪਾਂ ਪੜ੍ਹੀ ਹੈ ਜੀ, ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ। ਜਾਣੈ ਗੁਰਸੂਰਾ, ਕਰਤੇ ਕੀ ਮਿਤ ਕਰਤਾ ਜਾਣੈ, ਇਹਨਾਂ 2 ਵਾਕਾਂ ਨੂੰ ਆਪਸ ਵਿੱਚ ਕਨੈਕਟ ਕਰ ਦਿੱਤਾ ਕਹਿ ਸ਼ਬਦ ਨੇ। ਕਹਿ ਦਾ ਅਰਥ ਹੈ ਜੀ ਜਾਂ। ਕਹਿਤ ਕਬੀਰ ਜੀਤ ਕਹਿ ਹਾਰ, ਜੀਤ ਸ਼ਬਦ ਤੇ ਹਾਰ ਸ਼ਬਦ ਦੋਹਾਂ ਸ਼ਬਦਾਂ ਨੂੰ ਆਪਸ ਵਿੱਚ ਕਹਿ ਸ਼ਬਦ ਨੇ ਕਨੈਕਟ ਕਰ ਦਿੱਤਾ, ਜੋੜ ਦਿੱਤਾ ਵਾ ਜੀ। ਤੋਂ ਇੱਥੇ ਵੀ ਜਿਹੜਾ ਕਹਿ ਸ਼ਬਦ ਆ ਇਹ ਜਿਹੜਾ ਵਾ ਜੋਜਕ ਦਾ ਅਰਥ ਕਰ ਰਿਹਾ ਜਾਂ ਦਾ। ਇਸ ਤੋਂ ਅੱਗੇ ਹੋਰ ਸ਼ਬਦ ਆ ਜੀ, ਜਿਨੇ ਪ੍ਰੀਤ ਲਾਈ ਸੋ ਜਾਣੈ ਕਹਿ ਜਾਣੈ ਜਿਸ ਮਨ ਧਰੈ। ਤੋਂ ਇੱਥੇ ਵੀ ਸਾਧ ਸੰਗਤ ਜਿਹੜਾ ਕਹਿ ਸ਼ਬਦ ਆ ਸੋ ਜਾਣੈ, ਜਾਣੈ ਜਿਸ ਮਨ ਧਰੈ, ਇਹਨੂੰ ਜਿਹੜਾ ਵਾ ਆਪਸ ਵਿੱਚ 2 ਸ਼ਬਦਾਂ ਨੂੰ ਕਨੈਕਟ ਕਰ ਦਿੱਤਾ। ਕਹਿ ਸ਼ਬਦ ਤੇ ਵੀ ਜਾਂ ਦਾ ਅਰਥ ਕਰ ਰਿਹਾ। ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕਹਿ ਕਾਲ। ਆਜ ਸ਼ਬਦ ਤੇ ਕਾਲ ਸ਼ਬਦ, ਅੱਜ ਤੇ ਕੱਲ ਜਿਹਨੂੰ ਆਪਾਂ ਕਹਿੰਦੇ, ਇਹਨਾਂ ਦੋਹਾਂ ਸ਼ਬਦਾਂ ਨੂੰ ਕਨੈਕਟ ਕਰ ਦਿੱਤਾ ਜੀ ਕਹਿ ਨੇ। ਤੋਂ ਇੱਥੇ ਜਿਹੜਾ ਕਹਿ ਸ਼ਬਦ ਦਾ ਜਾਂ ਦਾ ਅਰਥ ਕਰ ਰਿਹਾ ਵੀ ਜੋ ਜਨਮਿਆ ਉਹ ਮਰੇਗਾ, ਅੱਜ ਜਾਂ ਕੱਲ ਉਹਦਾ ਨਾਸ਼ ਹੋ ਜਾਏਗਾ। ਇੱਕ ਪੰਕਤੀ ਦੀ ਕਹਿ ਜਾਣੈ ਆਪਣ ਤਨੀ ਕਹਿ ਦਾਸ ਦੀਵਾਨੀ ਹੋਏ। ਇੱਥੇ ਵੀ ਜਿਹੜਾ ਵਾ ਕਹਿ ਸ਼ਬਦ ਜਿਹੜਾ ਜੋਜਕ ਵਾਲਾ ਅਰਥ ਕਰ ਰਿਹਾ ਹੈ। ਕਹਿ ਜਾਣੈ ਆਪਣ ਤਨੀ ਕਹਿ ਦਾਸ ਦੀਵਾਨੀ ਹੋਏ, ਜਾਣੈ ਆਪਣ ਤਨੀ ਦਾਸ ਦੀਵਾਨੀ ਹੋਏ, ਇਹਨਾਂ ਦੋਹਾਂ ਵਾਕਾਂ ਨੂੰ ਕਹਿ ਸ਼ਬਦ ਨੇ ਜਿਹੜਾ ਵਾ ਦੋਹਾਂ ਜਗ੍ਹਾ ਤੇ ਕਨੈਕਟ ਕਰ ਦਿੱਤਾ ਹੈ, ਆਪਸ ਚ ਜੋੜ ਦਿੱਤਾ ਵਾ। ਕਹਿ ਸੰਗਤ ਕਰ ਸਾਧ ਕੀ, ਕਹਿ ਹਰ ਕੇ ਗੁਣ ਗਾਏ। ਇੱਥੇ ਵੀ ਤੁਸੀਂ ਦੇਖੋ ਭਾਵੇਂ ਗੁਰੂ ਦੀ ਸੰਗਤ ਕਰ ਜਾਂ ਰੱਬ ਦੇ ਗੁਣ ਗਾ, ਆਨੰਦਿਤ ਹੋ ਜਾਏਗਾ। 2 ਵਾਕਾਂ ਨੂੰ ਆਪਸ ਚ ਜੋੜ ਦਿੱਤਾ ਵਾ। ਮਨ ਕੀ ਬਿਰਥਾ ਮਨ ਹੀ ਜਾਣੈ ਕਹਿ ਬੂਝਲ ਆਗੇ ਕਹੀ ਹੈ। ਮਨ ਦੀ ਪੀੜਾ ਮਨ ਹੀ ਜਾਣਦਾ, ਜਾਂ ਮਨ ਦੀ ਪੀੜਾ ਨੂੰ ਬੂਝਣ ਵਾਲਾ ਗੁਰੂ ਅੱਗੇ ਬਿਆਨ ਕਰਨਾ ਚਾਹੀਦਾ। ਤੋਂ ਇੱਥੇ ਮਨ ਹੀ ਜਾਣੈ ਬੂਝਲ ਅੱਗੇ ਕਹੀ ਹੈ, ਇਹਨਾਂ ਦੋਨਾਂ ਵਾਕਾਂ ਨੂੰ ਜਿਹੜਾ ਹੈ ਕਹਿ ਸ਼ਬਦ ਨੇ ਆਪਸ ਚ ਕਨੈਕਟ ਕਰ ਦਿੱਤਾ। ਅਰਥ ਕਰ ਰਿਹਾ ਵਾ, ਤੋ ਇੱਥੇ ਜੋਜਕ ਦਾ ਅਰਥ ਕਰ ਰਿਹਾ ਵਾ ਜੀ। ਇਹ ਜੋਜਕ ਦਾ ਅਰਥ ਕਰ ਰਿਹਾ ਵਾ। ਸੋ ਖੈਰ
ਤੋ ਇੱਥੇ ਹੀ ਜਿਹੜਾ ਵਾ ਆਪਾਂ ਕਲਾਸ ਦੀ ਜਿਹੜੀ ਆ ਉਹ ਸਮਾਪਤੀ ਕਰਾਂਗੇ ਜੀ। ਤੇ ਅਖੀਰ ਦੇ ਉੱਤੇ ਜਾਂਦਿਆਂ ਮੈਂ ਇੱਕ ਵਾਰ ਫਿਰ ਤੋਂ ਦੁਹਰਾ ਦਿਆਂ ਵੀ ਜਦੋਂ ਜਿਹੜਾ ਵਾ ਕੈ ਸ਼ਬਦ ਉੱਤੇ ਨਹੀਂ ਜਿਹੜਾ ਸੀ ਵਾ ਟੱਪਿਆ ਥੱਲੇ ਉਹਦੇ ਉੱਤੇ। ਹਾਂਜੀ ਵੀ ਜਦੋਂ ਕੈ ਸ਼ਬਦ ਯੋਜਕ ਦੇ ਅਰਥਾਂ ਦੇ ਵਿੱਚ ਆਏਗਾ, ਯੋਜਕ ਦਾ ਅਰਥ ਹੁੰਦਾ ਦੋ ਸ਼ਬਦਾਂ ਨੂੰ ਆਪਸ ਵਿੱਚ ਕਨੈਕਟ ਕਰਨਾ। ਜਦੋਂ ਕੈ ਸ਼ਬਦ ਜਿਹੜਾ ਵਾ ਉਹ ਸੰਬੰਧਕੀ ਅਰਥ ਦੇਵੇਗਾ ਤੇ ਉਸ ਸਮੇਂ ਜਿਹੜਾ ਵਾ ਕੈ ਸ਼ਬਦ ਤੋਂ ਮਾਫ ਕਰਨਾ ਪ੍ਰਸ਼ਨਵਾਚੀ ਪੜਨਾਵੀ ਵਿਸ਼ੇਸ਼ਣ ਦਾ ਅਰਥ ਕਰੇਗਾ। ਉਸ ਸਮੇਂ ਕੈ ਸ਼ਬਦ ਤੋਂ ਅੱਗੇ ਜਿਹੜਾ ਵਾ ਉਹ ਹਮੇਸ਼ਾ ਧਿਆਨ ਰੱਖਿਓ ਨਾਉਨ ਵਾਲੇ ਸ਼ਬਦ ਹੋਣਗੇ ਅੰਤ ਅੱਖਰ ਸਿਹਾਰੀ ਜਾਂ ਦੁਲਾਵਾਂ ਦੇ ਨਾਲ। ਜਦੋਂ ਉਹ ਕੈ ਸ਼ਬਦ ਜਿਹੜਾ ਇਕੱਲਾ ਪ੍ਰਨਾਉਨ ਪ੍ਰਨਾਮ ਦੇ ਰੂਪ ਵਿੱਚ ਆਏਗਾ ਪ੍ਰਸ਼ਨਵਾਚੀ, ਤੇ ਉਸ ਸਮੇਂ ਕੈ ਸ਼ਬਦ ਤੋਂ ਅੱਗੇ ਜਿਹੜਾ ਸੰਬੰਧਕੀ ਪਦ ਆ ਜਾਏਗਾ। ਸੋ ਸਾਰੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਸਾਰੇ ਗੁਰਮੁਖ ਪਿਆਰੇ ਜਿਨੇ ਵੀ ਇਸ ਗੁਰਮਤ ਕਲਾਸ ਦੇ ਵਿੱਚ ਜੁੜ ਮਿਲ ਹਾਜ਼ਰ ਬੈਠੇ ਆ, ਗੁਰੂ ਕਿਰਪਾ ਕਰੇ, ਗੁਰੂ ਦਇਆ ਕਰੇ। ਇਸੇ ਤਰ੍ਹਾਂ ਆਪਾਂ ਜਿਹੜਾ ਵਾ ਰਲ ਮਿਲ ਕੇ ਜਿਹੜਾ ਵਾ ਗੁਰਬਾਣੀ ਵਿਆਕਰਨ ਦੇ ਨਾਲ ਸਰਲ ਨਿਯਮਾਂ ਨੂੰ ਜਿਹੜਾ ਵਾ ਉਹ ਸਮਝ ਸਕੀਏ। ਗੁਰੂ ਦਇਆ ਦੇ ਨਾਲ ਹੌਲੀ ਹੌਲੀ ਜਿਹੜੀ ਗੱਲ ਆ ਉਹ ਸਮਝ ਵਿੱਚ ਆਏਗੀ। ਕਈ ਵਾਰ ਇੱਕੋ ਦਫਾ ਜਿਹੜੀ ਆ ਉਹ ਗੱਲ ਨਹੀਂ ਸਮਝ ਆਉਂਦੀ, ਇਸ ਕਰਕੇ ਸਾਨੂੰ ਵਾਰ-ਵਾਰ ਜਿਹੜਾ ਵਾ ਸਾਨੂੰ ਅਭਿਆਸ ਕਰਨ ਦੀ ਲੋੜ ਆ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਸਾਰੀ ਸੰਗਤ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।